अजकल ये नहीं कहने ਨੂੰ ਦਿਲ ਕਰਦਾ ਕਿ ਮੁਬਾਰਕ ਹੋਏ ਤੁਹਾਨੂੰ ਟਿਕਟ ਮਿਲੀ ਇਹ ਪੁੱਛਣ ਨੂੰ ਦਿਲ ਕਰਦਾ ਹੈ ਹੋ ਗਏ ਐਡਜਸਟ ਮੈਂ ਨਾ ਕਦੇ ਜ਼ਿੰਦਗੀ 'ਚ ਇਹ ਸੋਚ ਕੇ ਰਾਜਨੀਤੀ ਕੀਤੀ ਹੈ ਕਿ ਮੈਨੂੰ ਟਿਕਟ ਚਾਹੀਦੀ ਹੈ ਤੇ ਨਾ ਹੀ ਕਦੇ ਲਾਲਚ ਕੀਤਾ ਹੈ ਕਿ ਮੈਨੂੰ ਆਹ ਅਹੁਦਾ ਚਾਹੀਦਾ ਹੈ। ਸ਼ਰਿੰਕ ਕਿਤੇ ਨਾ ਕਿਤੇ ਕਰ ਰਹੀ ਹੈ ਅਕਾਲੀ ਦਲ ਭਾਵੇਂ ਤੁਸੀਂ ਲੋਕ ਸਭਾ 'ਚ ਲੈ ਲਓ ਕਿੱਥੇ 9 ਕਿੱਥੇ 2 ਸਾਡੇ ਖਿਲਾਫ ਪਿਛਲੇ 7 ਸਾਲਾਂ ਤੋਂ ਇੱਕ ਪੋਲਿਟਿਕਸ ਕੀਤੀ ਜਾ ਰਹੀ ਹੈ ਸਾਰੀਆਂ ਪਾਰਟੀਆਂ ਵੱਲੋਂ। मैं बड़ा शौकीन हाँ दुध पीन का ਤੇ ਕਿਉਂਕਿ ਮੈਂ ਨਸ਼ਾ ਕੋਈ ਨਹੀਂ ਕਰਦਾ। ਇਦਾਂ ਦੇ ਨਹੀਂ ਕਿ ਇੱਥੇ ਪਾਣੀ ਨਹੀਂ ਵਧੀਆ ਮਿਲਦਾ ਤੇ ਦੁੱਧ ਪੀਣਾ ਪੈਂਦਾ। ਤੁਸੀਂ ਇੱਕ ਮਸ਼ਹੂਰੀ ਦੇਖਦੇ ਹੁੰਦੇ ਸੀ ਕਹਿੰਦੇ ਆ ਵੀ ਕੀ ਕਰੀਏ ਪਾਪਾ ਪੈਟਰੋਲ ਖਤਮ ਹੀ ਨਹੀਂ ਹੁੰਦਾ। ਪ੍ਰਕਾਸ਼ ਸਿੰਘ ਬਾਦਲ ਨਾ ਇੱਕ ਸਿਆਸਤ ਦੀ ਨਾ ਬਹੁਤ ਵੱਡੀ ਕਿਤਾਬ ਨੇ ਜਿਹਦੇ ਪੰਨੇ ਕਦੇ ਖਤਮ ਹੀ ਨਹੀਂ ਹੋ ਸਕਦੇ। ਅਨਡਾਊਟਲੀ ਇੱਕ ਚੀਜ਼ ਹੈ ਕਿ ਸਾਡੇ ਉਹ ਟਾਈਮ ਸੀ ਕਿ ਸਾਡੇ ਟਾਈਮ 'ਚ ਬੇਅਦਬੀ ਹੋਈ ਬਟ ਬੇਅਦਬੀਆਂ ਤਾਂ ਪਹਿਲਾਂ ਵੀ ਬਹੁਤ ਹੋਈਆਂ 84 'ਚ ਘੱਟ ਹੋਈਆਂ ਨੇ ਗੁਰੂ ਸਾਹਿਬ ਨੂੰ ਗੋਲੀਆਂ ਮਾਰੀਆਂ ਗਈਆਂ। ਜਸਟੀਫਿਕੇਸ਼ਨ ਨਹੀਂ ਹੋ ਸਕਦੀ। ਗੁਰੂ ਸਾਹਿਬ ਨੇ ਮੀਰੀ ਪੀਰੀ ਦੀ ਦਾਤ ਬਖਸ਼ੀ ਧਰਮ ਦੀ ਸ਼ੈਡੋ 'ਚ ਸਿਆਸਤ ਜਿਹੜੀ ਉਹ ਰਹਿਣੀ ਚਾਹੀਦੀ ਹੈ ਪਰ ਇੱਥੇ ਜਦੋਂ ਜਿਹੜੀ ਆਪਣੇ ਆਪ ਨੂੰ ਸਭ ਤੋਂ ਵੱਡੀ ਪੰਥਕ ਪਾਰਟੀ ਮੰਨਦੀ ਹੈ ਅਜੇ ਤੱਕ ਇਨਸਾਫ ਨਹੀਂ ਦਿਵਾ ਸਕੀ ਕਿ ਬੇਅਦਬੀ ਕਰਨ ਵਾਲਾ ਕਰਾਉਣ ਵਾਲੇ ਤੋਂ ਸਿਆਸਤ ਕਰ ਤਿੰਨਾਂ ਦਾ ਕੱਖ ਨਾ ਰਹੇ। ਪੰਥਕ ਸੀਟਾਂ ਤੇ ਅਸੀਂ ਆਈਏ ਚਮਕੌਰ ਸਾਹਿਬ ਦੀ ਗੱਲ ਕਰੀਏ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਜਿਹੜੀਆਂ ਤੁਹਾਡੀਆਂ ਧੁਰ ਸੀਟਾਂ ਡਰ ਗਏ ਬੀਐਸਪੀ ਨੂੰ ਦੇਖ ਕੇ ਕੀ ਉਹ ਇਨਸਾਨ ਨਹੀਂ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਸੰਭਾਲਿਆ ਅਗਰੇਟੇ ਗੁਰੂ ਕੇ ਬੇਟੇ ਪਤਾ ਕਿ ਅਸੀਂ ਇਹ ਡਿਵਰਸਿਟੀ ਕਿਉਂ ਕਰਦੇ ਹਾਂ। ਗੱਡੀ ਨਹੀਂ ਰੁਕਦੀ ਤੁਹਾਡੇ ਇੱਥੇ ਕੋਈ ਮੈਂ ਸਾਨੂੰ ਕਾਰ ਤੇ ਆਉਣਾ ਪੈਣਾ। ਮੈਂ ਬਹੁਤ ਵਾਰ ਤੁਸੀਂ ਰਿਟਨ 'ਚ ਦੇ ਸਕਦੇ ਹੋ ਕਿ ਇਹ ਗੱਠਜੋੜ ਹੁਣ ਦੁਬਾਰਾ ਨਹੀਂ ਹੋਣਾ। ਨਹੀਂ ਹੋਊਗਾ ਤਾਂ ਨਹੀਂ ਹੋਊਗਾ। ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪੁਨੀਤ ਤੁਸੀਂ ਵੇਖ ਰਹੇ ਹੋ ਬਾਈ ਦਾ ਅਖਾੜਾ। ਸੰਗਰੂਰ ਬੈਠੇ ਹੋਏ ਆ ਪਵਿੱਤਰ ਧਰਤੀ ਹੈ ਮਾਣ ਬਰਕਰਾਰ ਰਹਿਣਾ ਚਾਹੀਦਾ ਪਰ ਜਿੱਥੇ ਡਰਟੀ ਪੋਲਿਟਿਕਸ ਆ ਜਾਂਦੀ ਹੈ ਸਿਆਸਤਾਂ ਆ ਜਾਂਦੀਆਂ ਨੇ ਉੱਥੇ ਮਾਣ ਬਰਕਰਾਰ ਰੱਖਣਾ ਔਖਾ ਹੋ ਜਾਂਦਾ ਹੈ। ਖੈਰ ਲੋਕਾਂ ਨੇ ਉਮੀਦ ਕੀਤੀ ਹੋਈ ਹੈ ਉਮੀਦਵਾਰ ਜਿਹੜੇ ਨੇ ਉਹ ਕਾਫੀ ਹੱਦ ਤੱਕ ਐਲਾਨੇ ਜਾ ਚੁੱਕੇ ਆ ਤੇ ਜਦੋਂ ਉਮੀਦਵਾਰ ਐਲਾਨੇ ਗਏ ਹੋਣ ਤੇ ਲੋਕਾਂ ਦੀ ਉਮੀਦ ਉਹਨਾਂ ਤੋਂ ਲੱਗ ਜਾਂਦੀ ਹੈ ਤਾਂ ਹੀ ਕਰਕੇ ਸ਼ਾਇਦ ਉਹਨਾਂ ਨੂੰ ਉਮੀਦਵਾਰ ਕਹਿੰਦੇ ਆ। ਸੋ ਸਾਡੇ ਨਾਲ ਇਸ ਵਕਤ ਵਿਨਰਜੀਤ ਗੋਲਡੀ ਨੇ ਵਿਨਰਜੀਤ ਸਿੰਘ ਗੋਲਡੀ ਅਕਾਲੀ ਦਲ ਤੋਂ ਉਮੀਦਵਾਰ ਐਲਾਨੇ ਗਏ ਆ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਪੁਨੀਤ ਜੀ। ਵਿਨਰਜੀਤ ਜੀ ਗੱਲ ਇਸ ਤਰ੍ਹਾਂ ਆ ਕਿ ਅੱਜ ਕੱਲ ਇਹ ਨਹੀਂ ਕਹਿਣ ਨੂੰ ਦਿਲ ਕਰਦਾ ਕਿ ਮੁਬਾਰਕ ਹੋਏ ਤੁਹਾਨੂੰ ਟਿਕਟ ਮਿਲੀ ਇਹ ਪੁੱਛਣ ਨੂੰ ਦਿਲ ਕਰਦਾ ਹੋ ਗਏ ਐਡਜਸਟ। ਨਹੀਂ ਦੇਖੋ ਮੈਂ ਜ਼ਿੰਦਗੀ 'ਚ ਮੇਰੀ 25 ਸਾਲ ਦੀ ਸਿਆਸਤ ਹੈ ਮੈਂ ਇੰਜੀਨੀਅਰਿੰਗ ਕੀਤੀ ਹੈ ਸਲਾਈਡ ਤੋਂ ਉੱਥੋਂ ਹੀ ਪਾਸ ਆਊਟ ਹੋਇਆ ਸੰਗਰੂਰ ਹੀ ਮੈਂ ਰਹਿਣਾ ਤੇ ਸੰਗਰੂਰ ਤੋਂ ਪੜ੍ਹਿਆ ਲਿਖਿਆ ਇੱਥੇ ਹੀ ਕਾਰੋਬਾਰ ਹੈ ਠੀਕ ਹੈ ਬੇਸ ਮੇਰਾ ਸੁਨਾਮ ਜਾਂ ਪਿੰਡ ਮੇਰਾ ਖਡਿਆਲ ਹੈ ਤੇ ਬਟ ਇੱਥੇ ਜੇ ਐਡਜਸਟਮੈਂਟ ਨਾ ਕਦੇ ਜ਼ਿੰਦਗੀ 'ਚ ਇਹ ਸੋਚ ਕੇ ਰਾਜਨੀਤੀ ਕੀਤੀ ਕਿ ਮੈਨੂੰ ਟਿਕਟ ਚਾਹੀਦੀ ਹੈ ਤੇ ਨਾ ਹੀ ਕਦੇ ਲਾਲਚ ਕੀਤਾ ਕਿ ਮੈਨੂੰ ਆਹ ਅਹੁਦਾ ਚਾਹੀਦਾ ਮੈਂ ਕਹਿੰਦਾ ਕਿ ਮੈਂ ਆਪਣਾ ਕੰਮ ਕਰਨਾ ਹੈ ਵਰਕਰ ਸੀ ਵਰਕਰ ਹਾਂ ਤੇ ਵਰਕਰ ਹੀ ਰਹਿਣਾ ਸੋ ਐਡਜਸਟਮੈਂਟ ਕੋਈ ਇਹ ਵਰਡ ਮੇਰੇ ਲਈ ਸੂਟ ਨਹੀਂ ਕਰਦਾ ਮੈਨੂੰ ਤਾਂ ਇਹ ਹੈ ਕਿ ਜੋ ਮਿਲੇ ਕਿਉਂਕਿ ਸਤਿਕਾਰ ਸਭ ਤੋਂ ਵੱਡਾ ਜਿਹੜਾ ਤੁਹਾਡਾ ਕਿਰਦਾਰ ਤੇ ਤੁਹਾਡਾ ਸਤਿਕਾਰ ਦੋ ਚੀਜ਼ਾਂ ਲਾਈਫ ਤੇ ਇੰਪੋਰਟੈਂਟ ਨੇ ਤੇ ਮੇਰੇ ਲਈ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਇਹੀ ਹੈ। ਅਸੀਂ ਵੀ ਘੁੰਮ ਰਹੇ ਹਾਂ ਇਹ ਕੈਮਰੇ ਸਾਹਮਣੇ ਕਹਿਣਾ ਕੌਣ ਅੱਗੇ ਕੌਣ ਪਿੱਛੇ ਇਹ ਸਾਡਾ ਕਿੱਤਾ ਵੀ ਸਾਨੂੰ ਅਲਾਉ ਨਹੀਂ ਕਰਦਾ ਪਰ ਇੱਕ ਚੀਜ਼ ਜਿਹੜੀ ਸਮਝ ਆਉਂਦੀ ਹੈ ਉਹ ਹੈ ਕਿ ਸ਼ਰਿੰਕ ਕਿਤੇ ਨਾ ਕਿਤੇ ਕਰ ਰਹੀ ਹੈ ਅਕਾਲੀ ਦਲ ਭਾਵੇਂ ਤੁਸੀਂ ਲੋਕ ਸਭਾ 'ਚ ਲੈ ਲਓ ਕਿੱਥੇ 9 ਕਿੱਥੇ 2 ਮਤਲਬ ਫਰਕ ਜਿਹੜਾ ਹੈ ਉਹ ਬਹੁਤ ਵੱਡਾ ਫਰਕ ਹੈਗਾ ਕਮ ਬੈਕ ਕਰੂ ਨਹੀਂ ਡੈਫੀਨਿਟਲੀ ਪਾਰਟ ਆਫ ਪੋਲਿਟਿਕਸ ਹੈ ਜੀ ਕਿਉਂਕਿ ਸਿਆਸਤ ਇੱਕ ਇਹੋ ਜਿਹੀ ਚੀਜ਼ ਹੈ ਇਹਦੇ 'ਚ ਨਾ ਮਤਲਬ ਵਿਦਨ ਅ ਸੈਕਿੰਡ ਚੀਜ਼ਾਂ ਚੇਂਜ ਹੁੰਦੀਆਂ ਨੇ। ਸੰਗਤ ਦਾ ਮੈਂਡੇਟ ਹੈ ਸਾਡੇ ਖਿਲਾਫ ਪਿਛਲੇ 7 ਸਾਲਾਂ ਤੋਂ ਇੱਕ ਪੋਲਿਟਿਕਸ ਕੀਤੀ ਜਾ ਰਹੀ ਹੈ ਸਾਰੀਆਂ ਪਾਰਟੀਆਂ ਵੱਲੋਂ ਬਿਕੋਜ਼ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਸਟੇਟ ਦੀ ਪਾਰਟੀ ਹੈ ਰੀਜਨਲ ਪਾਰਟੀ ਹੈ ਆਲ ਓਵਰ ਇੰਡੀਆ ਜੇ ਤੁਸੀਂ ਦੇਖੋ ਤਾਂ ਤਕਰੀਬਨ 2-3 ਪਾਰਟੀਆਂ ਨੇ ਜਿਹੜੀਆਂ ਰੀਜਨਲ ਪਾਰਟੀਆਂ ਰਹਿ ਗਈਆਂ ਬਾਕੀ ਸਭ ਖਤਮ ਹੋ ਚੁੱਕੀਆਂ ਨੇ ਚਾਹੇ ਉਹ ਬੀਜੇਪੀ ਹੈ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਤਿੰਨੇ ਪਾਰਟੀਆਂ ਜਿਹੜੀਆਂ ਨੇ ਉਹ ਨੈਸ਼ਨਲ ਲੈਵਲ ਤੇ ਨੇ ਤੇ ਉਹਨਾਂ ਨੇ ਸਾਰੇ ਦੇਸ਼ ਦਾ ਸੋਚਣਾ ਤੇ ਉਹਨਾਂ ਦਾ ਮਨ ਵੀ ਹੈ ਕਿ ਜਿਹੜਾ ਦੇਸ਼ 2 ਪਾਰਟੀ ਸਿਸਟਮ ਰਹੇ ਕਿ ਜਾਂ ਬੀਜੇਪੀ ਰਹੇ ਜਾਂ ਕਾਂਗਰਸ ਰਹੇ ਜਾਂ ਇਸ ਤਰ੍ਹਾਂ ਸਿਸਟਮ ਰਹੇ ਸੋ ਸਾਡਾ ਤਾਂ ਉਹਨਾਂ ਦਾ ਸਾਰਿਆਂ ਨੇ ਦੇਖੋ ਇੱਕ ਚੀਜ਼ ਪਿਛਲੇ 5 ਸਾਲਾਂ ਦੀ ਸਿਆਸਤ ਦੇਖੋ ਇੱਕੋ ਬੰਦੇ ਦਾ ਵਿਰੋਧ ਹੋ ਰਿਹਾ ਹੈ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਦਾ ਕਿਉਂ ਉਹ ਮੈਂ ਉਹੀ ਦੱਸ ਰਿਹਾ ਨਾ ਕਿਉਂਕਿ ਉਹਨਾਂ ਦਾ ਟਾਰਗੇਟ ਹੀ ਇਹ ਹੈ ਕਦੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਾਂਗਰਸ ਦਾ ਜਾਂ ਕਾਂਗਰਸ ਨੂੰ ਆਮ ਆਦਮੀ ਪਾਰਟੀ ਦਾ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਕੋ ਇੱਕ ਪਾਰਟੀ ਹੈ ਰੀਜਨਲ ਪਾਰਟੀ ਜਿਹੜੀ ਦੁਬਾਰਾ ਸੱਤਾ 'ਚ ਆ ਸਕਦੀ ਹੈ ਅਤੇ ਜਿਹੜੀ ਦੁਬਾਰਾ ਇਸ ਚੀਜ਼ ਨੂੰ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੀ ਹੈ ਪੰਜਾਬ ਦੀ ਗੱਲ ਕਰਦੀ ਹੈ ਉੱਥੇ ਆ ਕੇ ਜਦੋਂ ਇਹ ਮਤਲਬ ਕਹਿ ਸਕਦੇ ਹਾਂ ਕਿ ਉਹਨਾਂ ਨੇ ਇੱਕ ਡਰਟੀ ਪੋਲਿਟਿਕਸ ਪਿਛਲੇ ਸਮੇਂ ਤੋਂ ਚਾਹੇ ਉਹ ਬੇਅਦਬੀ ਦੀ ਹੋਈ ਚਾਹੇ ਉਹ ਨਸ਼ੇ ਦੀ ਹੋਈ ਜਾਂ ਰੁਜ਼ਗਾਰ ਦੀ ਹੋਈ 7 ਸਾਲਾਂ 'ਚ 3 ਚੀਜ਼ਾਂ ਦੀ ਪੋਲਿਟਿਕਸ ਹੋਈ ਜਾਂਦੀ ਹੈ ਉਹ ਤੋਂ ਇਲਾਵਾ ਮੈਨੂੰ ਦੱਸ ਦਿਓ ਕਿਸੇ ਨੇ ਕਦੇ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਕਿਸੇ ਨੇ ਕਦੇ ਇਹ ਕਿਹਾ ਕਿ ਅਸੀਂ ਇਹ ਪ੍ਰੋਜੈਕਟ ਲਿਆਂਦਾ 5 ਸਾਲਾਂ 'ਚ
ਕਾਂਗਰਸ ਦੀ ਸਿਆਸਤ ਦੇ ਵਿੱਚ 4.5 ਸਾਲ ਕੈਪਟਨ ਸਾਹਿਬ ਕੁਰਸੀ ਬਚਾਉਣ ਤੇ ਲੱਗੇ ਰਹੇ ਤੇ ਪਿਛਲੇ 3 ਸਾਲ ਜਿਹੜੇ ਸੀ ਸਿੱਧੂ ਸਾਹਿਬ ਉਹਨਾਂ ਨੂੰ ਢਾਉਣ ਤੇ ਲੱਗੇ ਰਹੇ ਤੇ ਅਖੀਰ 'ਚ ਆ ਕੇ ਜਿਹੜੀ ਕੁਰਸੀ ਮਿਲੀ ਚੰਨੀ ਸਾਹਿਬ ਨੂੰ। ਚੰਨੀ ਸਾਹਿਬ ਨੇ 111 ਦਿਨਾਂ ਦੇ ਵਿੱਚ ਜਿਹੜਾ ਸੀ ਇਕੱਲੇ ਐਲਾਨ ਕਰਨ ਤੇ, ਕਿਉਂਕਿ ਮੈਂ ਤਾਂ ਨਾਮ ਹੀ ਦਿੱਤਾ ਸੀ ਉਹਨਾਂ ਨੂੰ, ਉਦੋਂ ਬਾਅਦ ਕਾਫੀ ਪਪੂਲਰ ਹੋਇਆ ਕਲਾਨਜੀਤ ਸਿੰਘ ਚੰਨੀ, ਮੈਂ ਹੀ ਨਾਮ ਦਿੱਤਾ ਸੀ ਸਭ ਤੋਂ ਪਹਿਲਾਂ। ਅੱਛਾ, ਇਹਦੀ ਸਟਾਰਟ ਤੁਹਾਡੇ ਤੋਂ ਮੇਰੇ ਤੋਂ, ਮੈਂ ਸਭ ਤੋਂ ਪਹਿਲਾਂ ਮੈਂ ਬੋਲਿਆ ਸੀ ਕਿ ਸਰਦਾਰ ਲਾਲਜੀਤ ਸਿੰਘ ਚੰਨੀ ਸਾਹਿਬ ਨੇ। ਤੇ ਉਹ ਚੀਜ਼ ਜਿਹੜੀ ਹੈ ਜਦੋਂ ਹੁਣ ਉਹ ਚੱਲ ਪਿਆ ਤਾਂ 111 ਦਿਨਾਂ 'ਚ ਫਿਰ ਉਹਨਾਂ ਨੇ ਐਲਾਨ ਜ਼ਰੂਰ ਕੀਤੇ, ਬਟ ਉਹ ਤੋਂ ਬਾਅਦ ਫਿਰ ਰੁਪਈਏ ਇਕੱਠੇ ਕੀਤੇ। ਉਹਨਾਂ ਦਾ ਤੁਸੀਂ ਸੁਣੀ ਹੋਣਾ ਇੱਕ ਭਾਸ਼ਣ ਪਹਿਲੇ ਦਿਨ ਕਿਹਾ ਕਿ ਜਿੰਨੇ ਮਾਈਨਿੰਗ ਵਾਲੇ ਨੇ, ਜਿੰਨੇ ਇਹ ਕਰਪਸ਼ਨ ਵਾਲੇ ਨੇ, ਮੇਰੇ ਘਰੇ ਨਾ ਆਉਣ, ਕਿਉਂਕਿ ਉਹ ਚਾਹੁੰਦੇ ਸੀ ਕਿ ਮੇਰੇ ਭਾਂਜੇ ਦੇ ਘਰੇ ਜਾਣ। ਆਪਣੇ ਘਰੇ ਨਹੀਂ ਬੁਲਾਉਂਦੇ ਸੀ ਵੀ ਮੇਰੇ ਭਾਂਜੇ ਦੇ ਘਰੇ ਰੁਪਈਏ ਦੇਣੇ ਤਾਂ ਉਧਰ ਦਿਓ, ਬਾਕੀ ਜਿਹੜਾ ਮੇਰੇ ਕੋਲੇ ਆਓ। ਪਰ ਪੈਸੇ ਇਕੱਠੇ ਕਰਨ ਦੇ ਇਲਜ਼ਾਮ ਤੇ ਸੁਖਬੀਰ ਸਿੰਘ ਬਾਦਲ ਤੇ ਬਹੁਤ ਲੱਗਦੇ ਆ। ਮੋਹਾਲੀ 'ਚ ਆਸ-ਪਾਸ ਦੇ ਇਲਾਕਿਆਂ 'ਚ ਅਸੀਂ ਕਿਹੜੀ ਆਈਟੀ ਇੰਡਸਟਰੀ ਜਿਹੜੀ ਹੈ ਉਹ ਰੋਕ ਸਕੇ, ਕਿੰਨਾ ਕੁ ਐਨਆਰਆਈਜ਼ ਨੂੰ ਭਰਮਾ ਸਕੇ? ਜਿਹੜੇ ਆਏ ਉਹ ਰੁਕੇ ਨਹੀਂ, ਚਲੇ ਗਏ। ਕਹਿੰਦੇ ਆ ਕਿ ਬਈ ਇਹ ਤੇ ਪੰਜਾਬ 'ਚ ਇਹੋ ਜੀ ਗੁਫਾ ਹੈਗੀ ਆ ਕਿ ਪੈਸਾ ਲਾਓ ਤੇ ਵੜਦਾ ਜਾਂਦਾ, ਸਰਕਾਰ ਫਿਰ ਭਾਵੇਂ ਜਿਹੜੀ ਮਰਜ਼ੀ ਹੋਏ। ਕਿਉਂਕਿ ਪਿਛਲੇ 2 ਚੀਜ਼ਾਂ ਤੇ ਮੈਂ ਗੱਲ ਕੀਤੀ ਹੈ ਕਿ ਆਈਟੀ ਇੰਡਸਟਰੀ, ਤੁਸੀਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਇਲਜ਼ਾਮ ਲੱਗਦੇ ਰਹੇ। ਅਕਾਲੀ ਦਲ ਤੇ ਮੈਨੂੰ ਦੱਸੋ ਕਦੇ ਇਲਜ਼ਾਮ ਪ੍ਰੂਵ ਨਹੀਂ ਹੋਏ। ਤੇ ਜਿਹੜੀ ਗੱਲ ਮੈਂ ਕਹਿ ਰਿਹਾ ਆਈਟੀ ਇੰਡਸਟਰੀ, ਪਰ ਜਦੋਂ ਉਹਨਾਂ ਦੀ ਸਰਕਾਰ ਸੀ ਇੰਡਸਟਰੀਜ਼ ਬਹੁਤ ਗਈਆਂ। ਅਸੀਂ ਸਮਾਲ ਸਕੇਲ ਇੰਡਸਟਰੀ ਪੈਦਾ ਕਰਨ ਦੀ ਗੱਲ ਕਰਦੇ ਆ, ਇੱਥੋਂ ਜਿਹੜੀਆਂ ਆਈਆਂ ਸੀ ਉਹ ਵੀ ਨਹੀਂ ਰੁਕ ਸਕੀਆਂ। ਉਹਦੇ ਕਾਰਨ ਨਹੀਂ ਜੀ, ਉਹਦਾ ਕਾਰਨ ਕੱਲਾ ਇਹ ਨਹੀਂ ਹੈ ਕਿ ਕਿਸੇ ਦਾ, ਤੁਸੀਂ ਦੇਖਿਆ ਹੋਣਾ ਇਨਵੈਸਟਰ ਸਮਿਟ ਜਿਹੜਾ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ, ਤੇ ਕਈ ਲੱਖ ਕਰੋੜ ਰੁਪਏ ਦੀ ਇਨਵੈਸਟਮੈਂਟ ਪੰਜਾਬ 'ਚ ਆਈ। ਪਿਛਲੇ 5 ਸਾਲਾਂ 'ਚ ਦਿਖਾਓ ਵੀ ਕਿੰਨੇ ਇਨਵੈਸਟਰ ਸਮਿਟ ਹੋਏ। ਸਭ ਤੋਂ ਵੱਡਾ ਤਾਂ ਇਹ ਹੈ। ਉਦੋਂ ਅਗਲਾ ਜੇ ਆਈਟੀ ਹਾਂ ਪਤਾ ਹੀ, ਆਈਟੀ ਹੱਬ ਬਣਿਆ, ਆਈਟੀ ਸਿਟੀ ਬਣਾਇਆ, ਉਹਦੇ ਜਿਹੜੀਆਂ ਇੰਡਸਟਰੀਜ਼ ਆ ਰਹੀਆਂ ਨਾ ਉਹ ਸ਼੍ਰੋਮਣੀ ਅਕਾਲੀ ਦਲ ਵੇਲੇ ਦੀਆਂ ਨੇ। ਉਦੋਂ ਦੇ ਉਹ ਸੈਕਟਰ ਕੱਟੇ ਹੋਏ ਨੇ, ਉਦੋਂ ਦਾ ਉਹ ਕੰਮ ਕੀਤਾ, ਉਦੋਂ ਦੀਆਂ ਉਹ ਕੰਪਨੀਆਂ, ਜੇ ਕੁਆਕਸ ਵਰਗੀਆਂ ਕੰਪਨੀਆਂ ਚਲੋ ਪੁਰਾਣੇ ਟਾਈਮ ਦੀਆਂ ਪਰ ਸਰਵਾਈਵਲ 'ਚ ਨੇ। ਅਸੀਂ ਕਦੇ ਕਿਸੇ ਦੇ ਜਿੰਨੀਆਂ ਨੇ ਰਿਲਾਇੰਸ ਨੇ, ਹੋਰ ਨੇ, ਅੰਬਾਨੀ ਨੇ, ਸਭ ਨੇ ਕੀਤੀਆਂ ਉਦੋਂ। ਬਟ ਹੁਣ ਜਿਹੜਾ ਸਮਾਂ ਹੈ ਆਈਟੀ ਇੰਡਸਟਰੀ ਜਿਹੜੀ ਹੈ ਉਹ ਡਿਵੈਲਪ ਹੋਈ ਹੈ, ਬਟ ਉਹਦੇ ਨਾਲ ਸਾਡੇ ਪੰਜਾਬ ਦੀ ਕੀ ਹੈ, ਜੀਓਗ੍ਰਾਫੀਕਲੀ ਅਸੀਂ ਵੀਕ ਆ ਕਿਉਂਕਿ ਬਾਰਡਰ ਸਟੇਟ ਹੈ, ਲੇਬਰ ਮਹਿੰਗੀ ਹੈ ਸਾਡੇ। ਸੈਕੰਡਲੀ ਜਿਹੜਾ ਸਾਡੇ ਨਾਲ ਕੀ ਹੈ ਵੀ ਸਾਡੇ ਕੋਲੇ ਜਿਹੜਾ ਸੈਂਟਰ ਵੱਲੋਂ ਕੋਈ ਪੈਕੇਜ ਨਹੀਂ ਆਉਂਦੇ ਸਾਨੂੰ। ਲਾਈਕ ਅੱਛਾ ਦਿੱਲੀ ਹੈ, ਗੁਜਰਾਤ ਹੈ, ਕਈ ਚੀਜ਼ਾਂ ਇਹੋ ਜਿਹੀਆਂ ਨੇ ਕਿ ਜਿੱਥੇ ਤੁਸੀਂ ਕੋਸਟਲ ਸਟੇਟ ਦੇ ਨਾਲ ਉਹ ਰੈਵਨਿਊ ਜਨਰੇਸ਼ਨ ਹੋਰ ਬਹੁਤ ਹੈ, ਸੋ ਟੈਕਸ ਦੇ ਵਿੱਚ ਐਗਜ਼ੈਂਪਸ਼ਨ ਦੇ ਦਿੰਦੇ ਨੇ। ਜਿਵੇਂ ਹੁਣ ਸਾਡੇ ਕੋਲੇ ਕੀ ਹੈ, ਸਾਡੇ ਕੋਲੇ ਟੈਕਨੀਕਲੀ ਜੇ ਤੁਸੀਂ ਦੇਖੋ ਤਾਂ ਅਸੀਂ ਐਗਰੀਕਲਚਰ ਬੇਸਡ ਸਟੇਟ ਆ। ਅਸੀਂ ਇੰਡਸਟਰੀ 'ਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਾਡੀਆਂ ਜ਼ਮੀਨਾਂ ਮਹਿੰਗੀਆਂ ਨੇ। ਅੱਜ ਕਿਸੇ ਨੇ ਇੱਥੇ ਫੈਕਟਰੀ ਲਾਉਣੀ ਹੋਵੇ 25 ਲੱਖ ਰੁਪਏ ਤੋਂ ਏਕੜ ਘੱਟ ਨਹੀਂ ਮਿਲਦਾ, ਤੇ ਜੇ ਮੋਹਾਲੀ ਵਰਗੇ ਤਾਂ ਉੱਥੇ ਤਾਂ ਘੱਟੋ ਘੱਟ 5-5 ਕਰੋੜ ਦਾ ਏਕੜ ਹੈ। ਸੋ ਜਦੋਂ ਤੁਸੀਂ ਇਹੀ ਚੀਜ਼ ਜਦੋਂ ਗੁਜਰਾਤ ਜਾਂ ਮਹਾਰਾਸ਼ਟਰ 'ਚ ਮੱਧ ਪ੍ਰਦੇਸ਼ ਕਰਦੇ ਹੋ ਤਾਂ ਬਹੁਤ ਜਗ੍ਹਾ ਹੈ ਜਿਹਨਾਂ ਤੇ 2-2 ਲੱਖ ਨੂੰ ਵੀ ਏਕੜ ਹੈ। ਸੋ ਇਸ ਕਰਕੇ ਡਿਵੈਲਪਮੈਂਟ ਜਿਹੜੀ ਹੈ ਨਾ ਉਹ ਇਸ਼ੂਜ਼ ਬਹੁਤ ਨੇ। ਤੇ ਲੇਬਰ ਜਿਹੜੀ ਹੈ ਸਾਡੀ, ਜਿਹੜੀ ਇੱਥੇ ਲੇਬਰ ਮਿਲਦੀ ਹੈ, ਲੇਬਰ ਸਾਡੇ ਬਹੁਤ ਮਹਿੰਗੀ ਹੈ, ਸਸਤੀ ਨਹੀਂ ਹੈ। ਤੇ ਟੈਕਨੀਕਲੀ ਸਾਡੇ ਬੱਚੇ ਜਿਹੜੇ ਨੇ ਉਹਨਾਂ ਦਾ ਰੁਝਾਨ ਜਿਹੜਾ ਉਹ ਬਾਹਰ ਵੱਲ ਜਾਂਦੇ ਹੈ। ਸੋ ਕਈ ਚੀਜ਼ਾਂ ਨੇ, ਕਈ ਫੈਕਟਰ ਨੇ, ਇੱਕ ਫੈਕਟਰ ਨਹੀਂ ਹੈ ਕਿ ਜਿਹਦੇ ਕਰਕੇ ਇੰਡਸਟਰੀ ਨਹੀਂ ਇੱਥੇ ਖੜਦੀ। ਹੁਣ ਜਿਹੜਾ ਦੂਸਰਾ ਜੇ ਤੁਸੀਂ ਦੇਖੋ ਮੰਡੀ ਗੋਬਿੰਦਗੜ੍ਹ ਰੋਲਿੰਗ ਮਿਲਸ ਸੀ, ਜਿਹੜਾ ਲੋਹੇ ਦਾ ਕਾਰੋਬਾਰ ਹੈ ਉਹਦੇ ਨਾਲ ਉਹ ਕਾਫੀ ਚੀਜ਼ਾਂ ਐਕਸਪੋਰਟ 'ਤੇ ਵੀ ਜੁੜੀਆਂ ਨੇ, ਕਾਫੀ ਚੀਜ਼ਾਂ ਮਾਈਨਿੰਗ 'ਤੇ ਵੀ ਜੁੜੀਆਂ ਨੇ, ਕਾਫੀ ਚੀਜ਼ਾਂ ਨੈਚੁਰਲ ਰਿਸੋਰਸਾਂ 'ਤੇ ਵੀ ਜੁੜੀਆਂ ਨੇ। ਪੰਜਾਬ ਦੇ ਵਿੱਚ ਨਾ ਤਾਂ ਕੋਈ ਨੈਚੁਰਲ ਰਿਸੋਰਸਿਸ ਹੈ ਕਿ ਆਪਾਂ ਕਹੀਏ ਕਿ ਸਾਡੇ ਕੋਲ ਕੋਲਾ ਨਿਕਲਦਾ ਹੈ ਜਾਂ ਸੋਨੇ ਦੀਆਂ ਖਾਨਾਂ ਨੇ ਜਾਂ ਕੋਈ ਲੋਹੇ ਦੀਆਂ ਕੁਛ ਹੈ, ਕੁਛ ਨਹੀਂ ਹੈ। ਅਸੀਂ ਤਾਂ ਸਿਰਫ ਐਗਰੀਕਲਚਰ ਬੇਸ। ਸਾਡੇ ਕੀ ਡਿਵੈਲਪ ਹੋ ਸਕਦਾ ਹੈ? ਫੂਡ ਪ੍ਰੋਸੈਸਿੰਗ, ਫਲੋਰੀਕਲਚਰ, ਹਾਰਟੀਕਲਚਰ, ਡੇਅਰੀ ਫਾਰਮਿੰਗ, ਇਹ ਸਾਡਾ ਬੇਸ ਹੈ, ਇਹ ਬਣ ਸਕਦਾ ਹੈ ਤੇ ਇਹਦੇ ਤੇ ਮਿਹਨਤ ਕਰਨ ਦੀ ਲੋੜ ਹੈ। ਡਾਇਵਰਸਿਫਿਕੇਸ਼ਨ ਦੀ ਅਸੀਂ ਗੱਲ ਕਰ ਲੈਂਦੇ ਆ, ਐਗਰੀਕਲਚਰ ਦੇ ਹੋਰ ਫਾਰਮਸ ਦੀ ਗੱਲ ਕਰ ਲੈਂਦੇ ਆ। ਅੱਜ ਕੱਲ ਪੜ੍ਹਾਈਆਂ ਵੀ ਯੂਨੀਵਰਸਿਟੀਜ਼ ਨੇ, ਬੜਾ ਸੋਹਣਾ ਉਦਮ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਐਗਰੀਕਲਚਰ 'ਚ ਪੜ੍ਹਾਈ ਕਰ ਰਹੇ ਆ, ਆਰਗੈਨਿਕ ਫਾਰਮਿੰਗ 'ਚ ਸਪੈਸ਼ਲ ਡਿਪਲੋਮਾਸ ਡਿਗਰੀਜ਼ ਕਰ ਰਹੇ ਆ। ਬਹੁਤ ਸੋਹਣੀ ਗੱਲ ਹੈਗੀ ਆ, ਪਰ ਭਵਿੱਖ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਹੈਗਾ। ਹਾਂ, ਇਹਦੇ 'ਚ ਮੈਂ ਬਿਲਕੁਲ, ਮੈਂ ਨਾ ਇੱਥੇ ਜਿੱਥੇ ਵੀ ਮੈਂ ਪਹਿਲੇ ਦਿਨ ਤੋਂ ਸ਼ੁਰੂ ਕੀਤਾ, ਕਿਉਂਕਿ ਚਲੋ ਮੈਂ ਇੰਜੀਨੀਅਰਿੰਗ ਕੀਤੀ, MBA ਕੀਤੀ, ਤਾਂ ਥੋੜ੍ਹਾ ਜਿਹਾ ਵਿਜ਼ਨ ਉਸ ਚੀਜ਼ ਦਾ, ਦੁਨੀਆ ਦੇ ਕਾਫੀ ਮੁਲਕ ਦੇਖੇ ਨੇ, ਤਾਂ ਮੈਂ ਇੱਕ ਵਿਜ਼ਨਰੀ ਦੇ ਨਾਲ ਮੈਂ ਨਾ 2-3 ਚੀਜ਼ਾਂ 'ਤੇ ਫੋਕਸ ਕੀਤਾ ਇੱਥੇ। ਮੈਂ ਕਿਹਾ ਕਿ ਜਿੰਨੇ ਵੀ ਡਿਪਾਰਟਮੈਂਟਸ ਨੇ, ਵੈਦਰ ਉਹ ਫਿਸ਼ਰੀ ਹੈ, ਚਾਹੇ ਉਹ ਫਲੋਰੀਕਲਚਰ ਹੈ, ਹਾਰਟੀਕਲਚਰ ਹੈ, ਚਾਹੇ ਕੋਈ ਬੀ ਕੀਪਿੰਗ ਹੈ, ਚਾਹੇ ਉਹ ਡੇਅਰੀ ਫਾਰਮਿੰਗ ਹੈ, ਇਹਨਾਂ ਦਾ ਇੱਕ ਕਲਸਟਰ ਬਣਾਇਆ ਜਾਵੇ ਹਰ ਮਹਿਕਮੇ ਦਾ, ਇੱਕ ਅੰਡਰ ਵਨ ਰੂਫ ਹੋਵੇ। ਇਹ ਉਹਨਾਂ ਦੇ ਵਿੱਚ ਬੰਦੇ ਬੈਠੇ ਹੋਣ, ਬਕਾਇਦਾ ਉਹਨਾਂ ਦਾ ਇੱਕ ਇਨਫੋਰਮੇਸ਼ਨ ਸੈਂਟਰ ਹੋਵੇ। ਸੈਂਟਰ ਗੌਰਮੈਂਟ ਦੀਆਂ, ਪੰਜਾਬ ਗੌਰਮੈਂਟ ਦੀਆਂ ਬਹੁਤ ਸਾਰੀਆਂ ਸਕੀਮਸ ਨੇ ਜਿਨ੍ਹਾਂ ਨੂੰ ਤੁਸੀਂ ਲੈ ਸਕਦੇ ਹੋ, ਜਿਹਨੂੰ ਤੁਸੀਂ ਜਦੋਂ ਉਹ ਸਕੀਮਸ 'ਤੇ ਚੱਲਦੇ ਹੋ ਤਾਂ ਤੁਹਾਡਾ ਬਿਜ਼ਨਸ ਤੇ ਤੁਹਾਡੀ ਡਿਵੈਲਪਮੈਂਟ ਹੋ ਸਕਦੀ ਹੈ। ਬਟ ਪ੍ਰੋਬਲਮ ਕੀ ਆ ਰਹੀ ਹੈ, ਅੱਜ ਦੇ ਟਾਈਮ 'ਚ ਡਿਪਾਰਟਮੈਂਟਸ ਵੱਲੋਂ ਸਹੀ ਗਾਈਡ ਹੀ ਨਹੀਂ ਕੀਤਾ ਜਾਂਦਾ ਸਾਡੇ ਨੌਜਵਾਨਾਂ ਨੂੰ। ਬਹੁਤ ਸਾਰੀਆਂ ਗ੍ਰਾਂਟ ਐਂਡ ਏਡਸ ਨੇ, ਬਹੁਤ ਸਾਰੀਆਂ ਸਕੀਮਸ ਨੇ ਜਿਨ੍ਹਾਂ 'ਚ ਤੁਹਾਨੂੰ ਫੰਡਿੰਗ ਹੁੰਦੀ ਹੈ, ਵਿਦਆਊਟ ਇੰਟਰਸਟ ਹੁੰਦੀ ਹੈ,
ਕਿ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ, ਬਟ ਉਹ ਲੋਕਾਂ ਤੱਕ ਪਹੁੰਚ ਨਹੀਂ ਰਹੀਆਂ ਕਿ ਇਹ ਅਪਰੋਚ ਕਦੇ ਕੀਤੀ ਹੈ ਨਹੀਂ। ਤੇ ਮੈਂ ਇਹ ਸੋਚਿਆ ਕਿ ਜਿੱਦੇ ਮੈਂ ਇਸ MLA ਬਣਦਾ, ਸਰਕਾਰ ਆਉਂਦੀ ਹੈ ਤਾਂ ਸਭ ਤੋਂ ਪਹਿਲੇ ਕੰਮਾਂ ਦੇ ਵਿੱਚੋਂ ਇੱਕ ਹੋਊਗਾ ਕਿ ਮੈਂ ਇੱਕ ਅੰਡਰ ਵਨ ਰੂਫ ਇਹ ਸਾਰੇ ਡਿਪਾਰਟਮੈਂਟਸ ਲੈ ਕੇ ਆਊਂਗਾ। ਤੇ ਉਹਨਾਂ ਡਿਪਾਰਟਮੈਂਟਸ ਦੇ ਵਿੱਚ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਨਾ ਬਹੁਤ ਸੋਹਣਾ ਇਨਫੋਰਮੇਸ਼ਨ ਸੈਂਟਰ ਹੋਊਗਾ ਜਿਹਦੇ ਨਾਲ ਲੋਕ ਜਿਹੜੀ ਆ ਪ੍ਰੋਪਰ ਇਨਫੋਰਮੇਸ਼ਨ ਇਹ ਹੋ ਗਈਆਂ ਵੱਡੀਆਂ ਗੱਲਾਂ। ਨਹੀਂ ਵੱਡੀਆਂ ਨਹੀਂ, ਬਹੁਤ ਛੋਟੀਆਂ ਨੇ, ਇਹ ਛੋਟੇ ਲੈਵਲ ਦੀ ਗੱਲ ਹੈ, ਵੱਡੇ ਲੈਵਲ ਦੀ ਵੱਡੀ ਤਾਂ ਇਹ ਜਦੋਂ ਆਉਂਗੇ ਉਦੋਂ ਕਰੋਗੇ। ਅਸੀਂ ਗੁਲਾਬੀ ਸੁੰਡੀ ਤੋਂ ਹੀ ਨਹੀਂ ਉੱਪਰ ਪਾ ਰਹੇ। ਮਤਲਬ ਤੁਸੀਂ ਇਹ ਦੇਖੋ ਕਿ ਮੱਕੀ ਤਬਾਹ, ਆਲੂ ਤਬਾਹ, ਗਿਰਦੌਰੀਆਂ ਦੇ ਹੁਕਮ, ਫਿਰ ਉਸ ਤਰ੍ਹਾਂ ਦੀ ਅਮਾਉਂਟ ਨਹੀਂ ਮਿਲਣੀ ਜਿਸ ਤਰ੍ਹਾਂ ਨਾਲ ਕਿਸਾਨ ਡਿਜ਼ਰਵ ਕਰਦੇ ਆ ਜਾਂ ਸੋਚਦੇ ਆ ਜਾਂ ਚਾਹੁੰਦੇ ਹੈਗੇ ਆ। ਸੋ ਇਹ ਵਾਟਰ ਲੈਵਲ ਜਿਹੜਾ ਹੈ ਉਹ ਉਹਨਾਂ ਨਹੀਂ ਹੈਗਾ, ਮਤਲਬ ਇੱਥੋਂ ਹੀ ਨਹੀਂ ਉੱਭਰ ਪਾ ਰਹੇ। ਤੇ ਫਿਰ ਤੁਸੀਂ ਤੇ ਇਨਫੋਰਮੇਸ਼ਨ ਸੈਂਟਰ ਦੀ ਗੱਲ ਕਰ ਰਹੇ ਹੋ ਜਿੱਥੇ ਕਿ ਸਾਰਾ ਕੁਝ ਡਿਜੀਟਲ ਹੋਣਾ ਹੈ, ਇੱਥੇ ਖੇਤਾਂ 'ਚ ਮਿੱਟੀ ਨਾਲ ਮਿੱਟੀ ਹੋ ਕੇ ਉਲੀ ਜਾਂਦੀ। ਇਹ ਡਿਜੀਟਲ ਨਹੀਂ ਹੈ ਜੀ, ਮੈਂ ਇਨਫੋਰਮੇਸ਼ਨ ਕਹੀ ਹੈ ਜਸਟ ਫॉर ਦਾ ਵਰਕ ਕਿ ਛੋਟੀ ਇੰਡਸਟਰੀ ਨੂੰ ਡਿਵੈਲਪ ਕਰਨ ਵਾਸਤੇ, ਮੈਂ ਉਹਦੇ ਵਾਸਤੇ ਵਰਕਿੰਗ ਇਹਦੇ ਨਾਲ ਰਿਲੇਟਡ ਹੈ। ਅਨਡਾਊਟਡਲੀ ਅਸੀਂ ਉਹਨਾਂ ਚੀਜ਼ਾਂ ਤੋਂ ਨਹੀਂ ਉੱਪਰ ਪਾ ਰਹੇ ਕਿਉਂਕਿ ਜਿਹੜੇ ਕਿਤੇ ਨਾ ਕਿਤੇ ਕਮੀਆਂ ਤਾਂ ਹੈ ਨੇ, ਇਹ 'ਚ ਕੋਈ ਦੋ ਰਾਏ ਨਹੀਂ ਹੈ ਕਿ ਜਿਹੜੀਆਂ ਕਮੀਆਂ ਨੇ। ਤੁਸੀਂ ਗੁਲਾਬੀ ਸੁੰਡੀ ਦੀ ਗੱਲ ਕੀਤੀ ਹੈ, ਜਾਂ ਅਸੀਂ ਨਾ ਐਗਰੀਕਲਚਰ ਦੇ ਵਿੱਚ ਮੈਂ ਤਿੰਨ ਚੀਜ਼ਾਂ ਤੇ ਹਮੇਸ਼ਾ ਬੋਲਦਾ, ਪਾਣੀ, ਜਵਾਨੀ ਤੇ ਕਿਸਾਨੀ, ਤਿੰਨੇ ਚੀਜ਼ਾਂ ਬਚਾਉਣ ਦੀ ਲੋੜ ਹੈ ਅੱਜ। ਤੇ ਪਾਣੀ ਸਾਡਾ ਇਲਾਕੇ ਦਾ ਜਿਹੜਾ ਬੇਸਿਕਲੀ ਮਾਲਵਾ ਬੈਲਟ ਹੈ ਉਹ ਤਾਂ ਬਹੁਤ ਜ਼ਿਆਦਾ, ਸਾਡੇ ਕੈਂਸਰ ਹਸਪੀਟਲ ਜਾ ਕੇ ਪਤਾ ਲੱਗਦਾ ਅੰਦਰ ਦੇਖ ਕੇ ਕਿ ਕੀ ਹਾਲਾਤ ਨੇ। ਤੇ ਬਟ ਇਹਦੇ 'ਚ ਤੁਸੀਂ ਜੇ ਦੇਖੋ ਤਾਂ ਚੇਂਜਸ ਆ ਸਕਦੀਆਂ ਨੇ। ਉਹਦੇ ਲਈ ਮੇਰੇ ਬਜ਼ੁਰਗ ਸੀ ਪੁਰਾਣੇ ਟਾਈਮਾਂ ਦੇ, ਮੈਨੂੰ ਯਾਦ ਆ ਮੈਂ ਛੋਟਾ ਜਿਹਾ 7-8 ਸਾਲ ਦਾ, ਤਾਂ ਲਾਲ ਮਿਰਚ ਦਾ ਕੰਮ ਕਰਦੇ ਸੀ, ਮੱਕੀ ਦਾ ਕੰਮ ਕਰਦੇ ਸੀ, ਨਾ ਇਹਦੀ ਮੂੰਗਫਲੀ ਦਾ ਕੰਮ ਹੁੰਦਾ ਸੀ, ਦਾਲਾਂ। ਅੱਜ ਤੁਸੀਂ ਦਾਲਾਂ ਦਾ ਕਈ ਲੱਖ ਕਰੋੜ ਦਾ ਇੰਪੋਰਟ ਹੁੰਦਾ ਤੇ ਅਸੀਂ ਦਾਲਾਂ, ਬਟ ਉਹਦੇ 'ਚ ਸਕੀਮ ਕੀ ਹੈ, ਉਹਦੇ 'ਚ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਨੂੰ ਇੰਟਰਵੈਨ ਕਰਕੇ ਉਹਨੂੰ ਪ੍ਰੋਪਰ ਇੱਕ ਸਟਰਕਚਰ ਦੇਣਾ ਪੈਣਾ। ਅੱਜ ਤੁਸੀਂ ਬੋਲੀ ਜਾਂਦੇ ਹੋ ਕਿ 4.5 ਲੱਖ ਕਰੋੜ ਦਾ ਘਾਟਾ ਹੈ FCI ਦਾ। ਮੈਂ ਕਹਿੰਦਾ ਯਾਰ 2 ਸਾਲ ਲਈ 10 ਲੱਖ ਕਰੋੜ ਦਾ ਹੋਰ 10,000 ਕਰੋੜ ਦਾ ਹੋਰ ਘਾਟਾ ਪੈ ਜਾਂਦਾ। 10,000 ਕਰੋੜ ਦਾ ਘਾਟਾ ਹੈ ਕਿ ਜੇ ਤੁਸੀਂ ਇਹਨੂੰ ਡਿਵਰਸੀਫਾਈ ਕਰਾਓ। ਇੱਥੇ ਕੀ ਹੋਣਾ ਚਾਹੀਦਾ, ਜਿਹੜੀ ਜਿੱਥੇ ਐਗਰੀਕਲਚਰ ਫਾਰਮ ਬਿੱਲ ਵੀ ਕਰਦੇ ਆ, ਮੈਂ ਉਦੋਂ ਵੀ ਇਹ ਗੱਲ ਬੋਲੀ ਸੀ ਕਿ ਜਿਹੜੀ ਇੰਡਸਟਰੀ ਹੈ ਉਹ ਕਿਸਾਨ ਤੇ ਨਾਲ ਜਿਹੜੀ ਹੈ ਆਪਣੇ ਗਵਰਨਮੈਂਟ, ਤੇ ਇਹਨਾਂ ਦਾ ਟਰਾਈ ਪਾਰਟੀ ਐਗਰੀਮੈਂਟ ਹੋਣਾ ਚਾਹੀਦਾ। ਉਹਦੇ ਜੇ ਫੈਕਟਰੀ ਉਹਨਾਂ ਨੂੰ ਪੈਸਾ ਨਹੀਂ ਦਿੰਦੀ ਤਾਂ ਉਹਨਾਂ ਤੋਂ ਬੌਂਡ ਭਰਾਇਆ ਜਾਣਾ ਚਾਹੀਦਾ, ਉਹ ਬੌਂਡ ਨੂੰ ਜ਼ਬਤ ਕਰਕੇ ਤੇ ਕਿਸਾਨਾਂ ਦਾ ਪੈਸਾ। ਅੱਜ ਤੁਸੀਂ ਗੰਨਾ, ਜੇ ਤੁਸੀਂ ਮਾਝੇ ਬੈਲਟ ਜਾਓ ਤਾਂ ਗੰਨੇ ਦੀ ਖੇਤੀ ਬਹੁਤ ਹੈ, ਕਮਾਦ ਬਹੁਤ ਵੇਚਦਾ। ਜੇ ਉੱਥੇ ਗੰਨੇ ਦੀ ਹੀ ਖੇਤੀ ਨੂੰ ਪ੍ਰਫੁੱਲਿਤ ਕਰਕੇ ਉਹਨਾਂ ਮਿੱਲਾਂ ਨੂੰ ਇੱਕ ਮੇਕ ਸ਼ੋਰ ਕੀਤਾ ਜਾਵੇ ਕਿ ਜਿਹੜਾ ਪੇਮੈਂਟ ਹੈ ਉਹ ਸਰਕਾਰ ਦੇ ਥਰੂ ਹੋ ਜੂਗੀ ਤੇ ਲੋਕ ਗੰਨਾ ਬੀਜਣਗੇ। ਜਦੋਂ ਇੱਥੇ ਮੂੰਗਫਲੀ ਜਿਹੜੀ ਹੈ ਜਾਂ ਇੱਥੇ ਸਰੋਂ ਬੀਜੂਗੀ, ਸੂਰਜਮੁਖੀ ਹੋਊਗਾ, ਤਾਂ ਜਦੋਂ ਉਹ ਚੀਜ਼ਾਂ ਹੋਣਗੀਆਂ ਸਰਕਾਰ ਮੇਕ ਸ਼ੋਰ ਕਰੇ ਕਿ ਜੇ ਤੁਹਾਨੂੰ ਘਾਟਾ ਪੈਂਦਾ ਤਾਂ ਉਹਦੇ ਤੇ ਅਸੀਂ ਪੈਸਾ ਦੇਵਾਂਗੇ, ਤੁਸੀਂ ਡਿਵਰਸੀਫਾਈ ਕਰੋ। ਬਟ ਨਾਲ ਜਿਹੜਾ ਖਰੀਦਦਾ, ਮੈਂ ਗਰੰਟੀ ਕਰਦਾ ਸਰਕਾਰੀ ਮੰਡੀਆਂ ਜਾਣ ਦੀ ਲੋੜ ਨਹੀਂ ਪੈਣੀ, ਪ੍ਰਾਈਵੇਟ ਪਲੇਅਰ ਹੀ ਲੈ ਜਾਣਗੇ ਤੁਹਾਡੇ। ਨਹੀਂ ਉਹ ਠੀਕ ਹੈ, ਪਰ ਇੱਥੇ ਮਿਲਾਂ ਵਾਲੇ ਵੀ ਰੋਂਦੇ ਆ, ਫਿਰ ਮਿਲਾਂ ਨੂੰ ਤਾਲੇ ਲੱਗ ਜਾਂਦੇ ਆ, ਫਿਰ ਕਿੰਨਾ ਕੁਝ। ਮਿਲਾਂ ਨੂੰ ਤਾਲੇ ਇਸ ਕਰਕੇ ਲੱਗਦੇ ਨੇ ਜੀ, ਅਨਡਾਊਟਡਲੀ ਮੈਂ ਕਹਿੰਦਾ ਬਿਜ਼ਨਸ ਹੈ, ਪਰ ਮਿਲਾਂ ਨੂੰ ਤਾਲੇ ਕਿਉਂ ਲੱਗਦੇ ਨੇ? ਕਿਉਂਕਿ ਪਾਲਿਸੀਜ਼ ਨਹੀਂ ਆ ਉਸ ਲੈਵਲ ਦੀਆਂ। ਉਸ ਲੈਵਲ ਤੇ ਸਾਨੂੰ ਜੋ ਕਰਨਾ ਚਾਹੀਦਾ ਉਹ ਨਹੀਂ ਕਰਦੇ। ਜਿਹੜੀ ਬਿਊਰੋਕ੍ਰੇਸੀ ਹੈ ਜਾਂ ਜਿਹੜੇ ਆਫਿਸਰਸ ਬੈਠੇ ਨੇ, ਮੈਂ ਇੱਥੇ ਦੇਖਦਾ ਲੋਅਰ ਲੈਵਲ ਤੇ ਸਿੰਗਲਾ ਸਾਹਿਬ ਸਾਡੇ ਮਿਨਿਸਟਰ ਰਹੇ, ਬਹੁਤ ਵੱਡੇ ਵਿਕਾਸ ਦੀਆਂ ਗੱਲਾਂ ਕਰਦੇ ਨੇ। ਹੋਇਆ ਵੀ ਹੈ, ਮੈਨੂੰ ਵੈਸੇ ਸੜਕਾਂ ਤੇ ਕੋਈ ਟੋਇਆ ਨਜ਼ਰ ਨਹੀਂ ਆਇਆ। ਸੜਕਾਂ ਦੇ ਵਿੱਚ ਜਿਹੜੀ ਕੱਲਾ ਡਿਵਾਈਡਰ ਬਣਾਉਣਾ ਤੇ ਨਾਲ 3-3 ਫੁੱਟ ਦੀਆਂ ਗ੍ਰਿਲਾਂ ਲਾਉਣੀਆਂ, ਕੀ ਤੁਸੀਂ ਇਹਨੂੰ ਵਿਕਾਸ ਸਮਝਦੇ ਹੋ? ਨਹੀਂ, ਕੁਝ ਹੱਦ ਤੱਕ ਤੇ ਹੈ। ਦੇਖੋ ਜਿਹੜੇ ਲੋਕ ਕਹਿੰਦੇ ਆ ਵੀ ਗਲੀਆਂ ਨਾਲੀਆਂ ਨਾਲ ਵਿਕਾਸ ਨਹੀਂ ਹੁੰਦਾ, ਮੈਂ ਕਹਿੰਦੀ ਗਲੀਆਂ ਨਾਲੀਆਂ ਬਣਾਉਣ ਨਾਲ ਸਿਰਫ ਵਿਕਾਸ ਨਹੀਂ ਹੁੰਦਾ। ਨਹੀਂ, ਮੈਂ ਤੁਹਾਨੂੰ ਦੱਸਾਂ ਸਭ ਤੋਂ ਵੱਡਾ ਵਿਕਾਸ ਕਿਸ ਨੂੰ ਮੰਨਦੇ ਹੋ? ਸਭ ਤੋਂ ਵੱਡਾ ਵਿਕਾਸ ਹੈ ਜਦੋਂ ਤੱਕ ਸਾਨੂੰ ਬੁਨਿਆਦੀ ਸਹੂਲਤਾਂ ਨਹੀਂ ਮਿਲਦੀਆਂ। ਹੈਲਥ, ਐਜੂਕੇਸ਼ਨ, ਐਗਜ਼ੈਕਟਲੀ, ਪੀਣ ਵਾਲਾ ਪਾਣੀ, ਜਿਹੜੀ ਸਭ ਤੋਂ ਬੇਸਿਕ ਨੈਸੈਸਿਟੀ ਹੈ। ਮੈਂ ਇੱਥੇ ਹੀ ਬੈਠੇ ਆਪਾਂ, ਤੁਹਾਨੂੰ ਸੜਕ ਤਾਂ ਬਹੁਤ ਸੋਹਣੀ ਦਿਸਦੀ ਹੈ, ਪਰ ਜੇ ਤੁਸੀਂ ਆ ਮੁਹੱਲਿਆਂ ਦੇ ਆਲੇ-ਦੁਆਲੇ ਪਿਛਲੇ ਪਾਸੇ ਇੱਥੇ ਬਸਤੀਆਂ ਜਾਓਗੇ ਨਾ, ਤੁਹਾਨੂੰ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਨਹੀਂ ਮਿਲਣਗੀਆਂ। ਇਹੋ ਜਿਹੀ ਜਗ੍ਹਾ ਹੈ ਸੁੰਦਰ ਬਸਤੀਆਂ, ਅਜੀਤ ਨਗਰ, ਹੋਰ ਬਹੁਤ ਸਾਰੀਆਂ ਬਸਤੀਆਂ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਜਿਹੜਾ ਪਾਣੀ ਵਾਲੀ ਮੋਟਰ ਸੂਰਾਂ ਵਾਲੇ ਬਾੜੇ 'ਚ ਲੱਗੀ ਹੋਈ ਹੈ। ਪੀਣ ਵਾਲੇ ਪਾਣੀ ਦੀਆਂ ਗਲੀਆਂ ਬਣ ਗਈਆਂ, ਇੰਟਰਲੋਕਿੰਗ ਟਾਈਲਾਂ ਲੱਗ ਗਈਆਂ, ਕਿਉਂਕਿ ਇੰਟਰਲੋਕਿੰਗ ਟਾਈਲ ਦੇ ਵਿੱਚ 8 ਰੁਪਏ ਵਾਲੀ 14 'ਚ ਵਿਕਦੀ ਹੈ, 6 ਰੁਪਏ ਕਮਿਸ਼ਨ ਬਣਦਾ ਨਾ। ਬਟ ਉਹ ਇੰਟਰਲੋਕਿੰਗ ਟਾਈਲਾਂ ਦੇ ਥੱਲੇ ਨਾ ਸੀਵਰੇਜ ਹੈ ਤੇ ਨਾ ਵਾਟਰ ਸਪਲਾਈ ਹੈ। ਅੱਛਾ, ਵਿਚ ਇਜ਼ ਮਸਟ, ਕਿਉਂਕਿ ਉਹ ਚੀਜ਼ ਪਹਿਲਾਂ ਜ਼ਰੂਰੀ ਹੈ। ਪਹਿਲਾਂ ਵਾਟਰ ਸਪਲਾਈ ਪਾਓ, ਸੀਵਰੇਜ ਪਾਓ, ਵਾਟਰ ਸਪਲਾਈ ਪਾਓ, ਫਿਰ ਉੱਪਰ ਇੰਟਰਲੋਕ ਲਾਓ ਨਾ। ਇੰਟਰਲੋਕ ਤਾਂ ਕਰੋੜਾਂ ਲੱਗ ਗਈਆਂ, ਪਰ ਉਹ ਜਿਹੜੀ ਚੀਜ਼ ਬੇਸਿਕ ਨੈਸੈਸਿਟੀ ਆ ਉਹ ਨਹੀਂ। ਪਿੰਡਾਂ ਦੇ ਵਿੱਚ ਤੁਸੀਂ ਜਾ ਕੇ ਦੇਖੋ, ਭਵਾਨੀਗੜ੍ਹ ਸ਼ਹਿਰ ਹੈ, ਸੰਗਰੂਰ ਸ਼ਹਿਰ ਹੈ, ਇਹਦੇ ਆਲੇ ਦੁਆਲੀਆਂ ਜਿਹੜੀਆਂ ਬਸਤੀਆਂ ਨੇ, ਕੱਚੇ ਘਰਾਂ, ਛੱਤਾਂ ਟੁੱਟੀਆਂ ਪਈਆਂ ਨੇ ਲੋਕਾਂ ਦੀਆਂ, ਟੀਨਾਂ ਦੇ ਥੱਲੇ ਸੌਂਦੇ ਨੇ। ਜਾਵਾਂਗੇ ਉਸ ਤੋਂ ਬਾਅਦ ਸਾਡੇ ਪਿੰਡਾਂ 'ਚ ਮੈਂ ਕਿਸੇ ਨੂੰ ਪੁੱਛਿਆ ਦੁਆਬੇ 'ਚ, ਮੈਂ ਕਿਹਾ ਤੁਸੀਂ ਕੀ ਕਰਦੇ ਹੋ? ਉਹ ਐਡਵਾਂਸ ਨੇ
ਤਾਂ ਉਹ ਕਹਿੰਦੇ ਜੀ ਅਸੀਂ ਵਾਈਫਾਈ ਫ੍ਰੀ ਵਾਈਫਾਈ ਦੀ ਗੱਲ ਕਰਦੇ ਹਾਂ, ਅਸੀਂ ਫੋਕਲ ਪੁਆਇੰਟਸ ਦੀ ਗੱਲ ਕਰਦੇ ਹਾਂ, ਅਸੀਂ ਹੱਬ ਦੀ ਕੋਈ ਸੌਫਟਵੇਅਰ ਹੱਬ ਦੀ ਗੱਲ ਕਰਦੇ ਹਾਂ। ਮੈਨੂੰ ਕਹਿੰਦੇ ਤੁਸੀਂ ਕਰਦੇ ਹੋ। ਮੈਂ ਕਿਹਾ ਜੀ ਇਸ ਤਾਂ ਪਿੰਡਾਂ 'ਚ ਹਲੇ ਪਾਥੀਆਂ ਵਾਲੀ ਜਗ੍ਹਾ ਲੱਭਦੇ ਫਿਰਦੇ ਵੀ ਪਾਥੀਆਂ ਕਿੱਥੇ ਪੱਥਣੀਆਂ ਨੇ। ਤੁਸੀਂ ਹੁਣ ਆਏ ਹੋਵੋਗੇ ਸੜਕ ਦੇ ਕਿਨਾਰੇ ਤੇ ਪਾਥੀਆਂ ਲੱਭੀਆਂ ਕਿ ਨਹੀਂ ਲੱਭੀਆਂ? ਤੇ ਫਿਰ ਸਾਡੇ ਲੋਕਾਂ ਦੀ ਡਿਮਾਂਡ ਹੀ ਇੱਥੇ ਖੜੀ ਹੈ। ਤੇ ਅਸੀਂ ਕਿਵੇਂ ਇਹਨੂੰ ਡਿਵੈਲਪਮੈਂਟ ਕਿਵੇਂ ਕਹੋਗੇ ਤੁਸੀਂ, ਜੇ ਅਸੀਂ ਲੋਕਾਂ ਨੂੰ ਬੇਸਿਕ ਸਹੂਲਤ ਹੀ ਨਹੀਂ ਦੇ ਸਕਦੇ? ਇੱਥੇ ਦਾ ਹਸਪੀਟਲ ਜਾ ਕੇ ਤੁਸੀਂ ਵਿਜ਼ਿਟ ਕਰਿਓ, ਟਾਟਾ ਖੁੱਲਿਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਖੁਲਾਇਆ ਕਿ ਕੈਂਸਰ ਦੀ ਵੱਡੀ ਇੱਥੇ ਬਿਮਾਰੀ ਸੀ। ਬਟ ਅਸੀਂ ਇਹ ਤਾਂ ਨਹੀਂ ਕਿਹਾ ਕਿ ਟਾਟਾ ਨੂੰ ਹੀ ਸਾਰਾ ਸਰਕਾਰੀ ਹਸਪੀਟਲ ਵੇਚ ਦਿਓ ਤੁਸੀਂ। ਅਸੀਂ ਖੋਲ੍ਹਿਆ ਕਿਸੇ ਲਿਮਟ ਤੱਕ। ਅੱਜ ਸਰਕਾਰੀ ਹਸਪੀਟਲ ਦੇ ਵਿੱਚ ਡਾਕਟਰ ਬੈਠਾ ਹੈ, ਪੈਰਾਮੈਡੀਕਲ ਸਟਾਫ ਨਹੀਂ ਹੈ, ਵੈਂਟੀਲੇਟਰਸ ਪਏ ਨੇ, ਉਹਨੂੰ ਚਲਾਉਣ ਵਾਲਾ ਨਹੀਂ ਹੈ। ਅੱਜ ਇੱਥੇ ਟਰਾਮਾ ਵਾਰਡ ਨਹੀਂ ਹੈ, ਡਿਸਟ੍ਰਿਕਟ ਹੈੱਡਕੁਆਟਰ ਦਾ ਹਸਪੀਟਲ ਹੈ। ਜੇ ਇੱਥੇ ਕਿਸੇ ਨੂੰ ਥੋੜ੍ਹੀ ਜਿਹੀ ਵੀ ਸੱਟ ਲੱਗਦੀ ਹੈ ਨਾ ਕਿਤੇ ਮਾਮੂਲੀ ਜਿਹੀ ਵੀ, ਤਾਂ ਪਟਿਆਲੇ ਰੈਫਰ ਹੁੰਦਾ। ਆ ਕਰੋਨਾ ਟਾਈਮ ਆਇਆ ਨਾ, ਸੰਗਰੂਰ ਡਿਸਟ੍ਰਿਕਟ ਹੈੱਡਕੁਆਟਰ ਹੈ, ਇੱਥੇ ਕਿਉਂ ਨਹੀਂ ਟੈਸਟ ਹੋ ਸਕਦੇ? ਪਟਿਆਲੇ ਕੋਲ ਟੈਸਟ ਭੇਜੇ ਜਾਂਦੇ ਸੀ ਕਿ ਅਸੀਂ ਇੰਨਾ ਸੈਟਅਪ ਨਹੀਂ। ਮੈਂ ਬਾਕੀ ਤਹਿਸੀਲ ਲੈਵਲ ਦਾ ਤਾਂ ਛੱਡੋ, ਪਿੰਡਾਂ ਦੀਆਂ ਡਿਸਪੈਂਸਰੀਆਂ ਛੱਡੋ, ਸਭ ਕੁਝ ਛੱਡੋ, ਡਿਸਟ੍ਰਿਕਟ ਹੈੱਡਕੁਆਟਰ ਦਾ ਹਸਪੀਟਲ ਤਾਂ ਨੰਬਰ 1 ਹੋਣਾ ਚਾਹੀਦਾ ਨਾ, ਜਿਹੜਾ ਸਾਰੇ ਜ਼ਿਲ੍ਹੇ ਨੂੰ ਕੇਟਰ ਕਰਦਾ ਹੈ। ਫਿਰ ਇੱਥੇ ਰਮਨੀਰ ਕਾਲਜ ਹੈ, ਇੱਕੋ ਕਾਲਜ ਰਮਨੀਰ ਕਾਲਜ ਮੇਨ ਸਰਕਾਰੀ। 30 ਸਾਲ ਪਹਿਲਾਂ ਜਿਹੋ ਜਿਹਾ ਸੀ, ਅੱਜ ਵੀ ਉਹੋ ਜਿਹਾ। ਕਿਸੇ ਨੂੰ ਜਾ ਕੇ ਚੈੱਕ ਕਰੋ, ਉਹੀ ਲੈਬੋਰਟਰੀਜ਼ ਨੇ, ਉਹੀ ਕਲਾਸਰੂਮਸ ਨੇ, ਉਹੀ ਗਰਾਊਂਡਸ ਨੇ, ਉਹੀ ਬਾਉਂਡਰੀ ਵਾਲ ਹੈ। ਅੱਛਾ, ਉਸੇ ਦੀ ਪੇਂਟ ਹੁੰਦਾ ਹੈ। ਗਰੰਟਡ ਹੈ, ਮੈਂ ਚੈੱਕ ਕਰਕੇ ਮੈਂ ਵਿਦ ਪ੍ਰੂਫਸ ਕਹਿ ਰਿਹਾ, ਮੈਂ ਕਦੇ ਐਵੇਂ ਨਹੀਂ ਗੱਲਾਂ ਕਰ ਰਿਹਾ। ਤੁਸੀਂ ਪਿੰਡਾਂ ਦੇ ਇੱਥੇ ਆਪਾਂ ਕਹਿੰਦੇ ਦੂਸਰੀ ਆਪਦੀ ਸਭ ਤੋਂ ਵੱਡੀ ਸੀਵਰੇਜ 2016 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ 116 ਕਰੋੜ ਰੁਪਏ ਪਾਸ ਹੋਇਆ ਸੀ। ਪਹਿਲਾਂ 2-3 ਸਾਲ ਤਾਂ ਚਲਾਇਆ ਨਹੀਂ ਕਿ ਇਹ ਨਾ ਹੋਵੇ ਕਿ ਪਿਛਲੀ ਸਰਕਾਰ ਦਾ ਪਾਸ ਕੀਤਾ। 19 ਤੋਂ ਬਾਅਦ ਕੰਮ ਚਲਾਇਆ। ਪਿਛਲੇ 5 ਸਾਲਾਂ 'ਚ ਅਸੀਂ 2 ਸੀਵਰੇਜ ਟ੍ਰੀਟਮੈਂਟ ਪਲਾਂਟ ਨਹੀਂ ਬਣਾ ਸਕੇ ਇਸ ਸ਼ਹਿਰ ਦੇ ਵਿੱਚ। ਹਾਲੇ ਤੱਕ ਇੱਕ ਬਣਿਆ, ਉਦੋਂ ਵੀ ਚਾਲੂ ਨਹੀਂ ਹੋਇਆ, ਇੱਕ ਦਾ ਪਤਾ ਹੀ ਹੈ ਨਹੀਂ। ਸੈਕੰਡਲੀ 1200 ਲਾਈਟਾਂ ਆਈਆਂ ਇਸ ਸ਼ਹਿਰ ਨੂੰ, LED 500 ਲੱਗੀਆਂ ਨੇ, 700 ਲੱਗੀਆਂ ਨਹੀਂ, ਪਤਾ ਹੀ ਨਹੀਂ ਕਿੱਥੇ ਨੇ। ਤੁਸੀਂ ਮੁਹੱਲਿਆਂ ਜਾਓਗੇ, ਸਭ ਦੇ ਪ੍ਰਾਈਵੇਟ ਲਾਈਟਾਂ ਲੱਗੀਆਂ ਨੇ ਆਪਣੀਆਂ। ਸੋ ਇਹ ਬੇਸਿਕ ਸਹੂਲਤਾਂ ਨੇ। ਜਦੋਂ ਅਸੀਂ ਇਹ ਨਹੀਂ ਡਿਵੈਲਪ ਕਰ ਪਾ ਰਹੇ ਤਾਂ ਅਗਲੀਆਂ ਗੱਲਾਂ ਕਿੱਥੋਂ ਹੋਣਗੀਆਂ? ਤੇ ਮੇਰਾ ਫੋਕਸ ਜਿਹੜਾ ਹੈ ਸਭ ਤੋਂ ਵੱਡੇ 2-3 ਚੀਜ਼ਾਂ ਤੇ ਹੈ। ਮੈਂ ਕਿਹਾ ਕਿ ਇੱਕ ਚੰਗੀ ਇੰਡਸਟਰੀ ਲੈ ਕੇ ਆਈਏ ਜਿਹਦਾ 5-7 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਮਿਲ ਸਕੇ, ਕਿਉਂਕਿ ਪੈਪਸੀ ਤੇ IL ਤੋਂ ਬਾਅਦ ਇਸ ਜ਼ਿਲ੍ਹੇ ਦੇ ਵਿੱਚ 5 ਇਅਰਸ ਬੈਕ ਜਿਹੜੀਆਂ 2 ਇੰਡਸਟਰੀਜ਼ ਆਈਆਂ ਸੀ ਅਕਾਲੀ ਦਲ ਦੀ ਗਵਰਨਮੈਂਟ 'ਚ, ਤੇ ਪਿਛਲੀ ਸਰਕਾਰ 'ਚ ਬਾਨੀ ਆਈ ਸੀ ਟੈਕਸਟਾਈਲ ਇੱਥੇ। ਉਹ ਤੋਂ ਇਲਾਵਾ ਅੱਜ ਤੱਕ ਕੋਈ ਵੱਡੀ ਇੰਡਸਟਰੀ ਇੱਥੇ ਨਹੀਂ ਆਈ। ਇੱਕ ਉਹ ਜਿਹੜਾ ਮੈਂ ਦੂਜਾ ਕਿਹਾ ਸੈਲਫ ਇੰਪਲੋਇਮੈਂਟ, ਸਵੈ ਰੋਜ਼ਗਾਰ ਦੀ ਜਿਹੜੀ ਹੈ ਉਹਨੂੰ ਡਿਵੈਲਪ ਕਰਨਾ, ਲਾਈਕ ਚਾਈਨਾ ਆਪਾਂ ਕਰਨਾ, ਇਹ ਕੰਮ। ਤੀਜਾ ਸਪੋਰਟਸ ਦੇ ਲਈ ਮੈਂ ਸੋਚਿਆ ਕਿ ਹਰ ਪਿੰਡ 'ਚ ਨਹੀਂ ਮੈਂ ਖੋਲ ਸਕਦਾ ਹਲੇ, ਮੈਂ ਕਿਹਾ ਕਿ 3 ਕਿਲੋਮੀਟਰ ਦੇ ਡਾਇਮੀਟਰ 'ਚ 3 ਕਿਲੋਮੀਟਰ ਦੇ ਡਾਇਮੀਟਰ 'ਚ ਇੱਕ ਵਧੀਆ ਖੇਡ ਸਟੇਡੀਅਮ ਹੋਊਗਾ। ਜਿਵੇਂ ਮਨਪ੍ਰੀਤ ਤਿਆੜੀ ਜੀ ਨੇ ਬਣਾਇਆ ਨਾ, ਹਰ ਪਿੰਡ 'ਚ ਖੇਡ ਸਟੇਡੀਅਮ ਹੈ ਉਹਨਾਂ ਦਾ, ਲੁਧਿਆਣੇ ਮਦਾਖੇ ਵਾਲੇ ਪਾਸੇ। ਮੈਂ ਕਿਹਾ ਹਰ ਪਿੰਡ 'ਚ ਹਲੇ ਨਹੀਂ, ਮੈਂ ਕਹਿੰਦਾ ਨਹੀਂ ਬਣ ਸਕਦਾ, ਪਰ ਮੈਂ ਕਿਹਾ ਕਿ 3 ਕਿਲੋਮੀਟਰ ਦੇ ਡਾਇਮੀਟਰ 'ਚ ਇੱਕ ਜ਼ਰੂਰ ਬਣਾਊਗਾ ਵੱਡਾ, ਜਿਹਦੇ 'ਚ ਮਲਟੀ ਹੋਊਗਾ ਤੇ ਹਰ ਗੇਮ ਹੋਊਗੀ, ਖੇਡ ਸਕੂਗਾ। ਸੋ ਇਹ ਮੇਰਾ ਵਿਜ਼ਨ ਹੈ ਇਸ ਪਾਸੇ ਦਾ ਹੈ। ਮਤਲਬ ਮੈਂ ਇਹ ਨਹੀਂ ਆ ਕਿ ਮੈਂ ਕਹਾਂ ਜੀ ਠੀਕ ਹੈ। ਬਾਕੀ ਜਿਹੜੀਆਂ ਸਕੀਮਾਂ ਨੇ, ਦੇਖੋ ਸੁਖਬੀਰ ਜੀ ਨੇ ਅਨਾਊਂਸ ਕੀਤਾ ਕਿ ਜਿਹੜੀਆਂ ਪੰਜਾਬ ਦੇ ਨੌਜਵਾਨਾਂ ਨੂੰ ਜਦੋਂ ਵੀ ਕਿਤੇ ਸਰਕਾਰੀ ਗੈਰ ਸਰਕਾਰੀ ਜਿੱਥੇ ਵੀ ਪੋਸਟ ਕੋਈ ਹੋਊਗੀ ਤਾਂ 75% ਨੌਕਰੀਆਂ ਜਿਹੜੀਆਂ ਨੇ ਪੰਜਾਬ ਦੇ ਨੌਜਵਾਨਾਂ ਲਈ ਰਾਖਵੀਆਂ ਨੇ। ਉਦੋਂ ਵੱਡਾ ਕੰਮ ਹੈ এনवायरमेंट ਤੇ ਕੰਮ ਕਰਨਾ। ਜੇ NGT ਦੀ ਤੁਸੀਂ ਗਾਈਡਲਾਈਨਸ ਦੇਖੋ ਤਾਂ 33% ਗ੍ਰੀਨ ਏਰੀਆ ਚਾਹੀਦਾ, ਤੇ ਸਾਡੇ ਸੰਗਰੂਰ ਦਾ ਪਤਾ ਕਿੰਨਾ 0.30% ਹੈ, 33%। ਤੇ ਮੈਂ ਫੈਸਲਾ ਲਿਆ ਅਗਲੇ ਸਮੇਂ ਦੇ ਆਉਣ ਦੇ ਵਿੱਚ ਹਰ ਸਾਲ 1 ਲੱਖ ਬੂਟਾ ਲਾਇਆ ਕਰਾਂਗੇ। ਅੱਛਾ। ਸੋ ਫਿਰ ਉਦੋਂ ਬਾਅਦ ਅਲਟਰੇਸ਼ਨ ਹੈ, ਮਿਲਾਵਟਖੋਰੀ ਇੰਨੀ ਜ਼ਿਆਦਾ ਹੈ ਕਿ ਉਹਦੀ ਹੱਦ ਹੀ ਕੋਈ ਨਹੀਂ ਹੈ। ਅੱਜ ਮੈਂ ਬੜਾ ਸ਼ੌਕੀਨ ਆ ਦੁੱਧ ਪੀਣ ਦਾ, ਤੇ ਕਿਉਂਕਿ ਮੈਂ ਨਸ਼ਾ ਕੋਈ ਨਹੀਂ ਕਰਦਾ, ਨਾ ਮੈਂ ਕਦੇ ਜ਼ਿੰਦਗੀ 'ਚ ਟਰਾਈ ਕੀਤਾ, ਤੇ ਮੈਨੂੰ ਉਹ ਚੰਗਾ ਲੱਗਦਾ। ਤੇ ਮੈਨੂੰ ਪਰ ਮੈਂ ਚਾਹੁੰਦਾ ਇਦਾਂ ਦੇ ਨਹੀਂ ਕਿ ਇੱਥੇ ਪਾਣੀ ਨਹੀਂ ਵਧੀਆ ਮਿਲਦਾ ਤੇ ਦੁੱਧ ਪੀਣਾ ਪੈਂਦਾ। ਹਾਂ ਨਹੀਂ, ਦੁੱਧ ਮੈਂ ਪਿੰਡਾਂ ਵਾਲੇ ਪੜ੍ਹੇ ਹਾਂ ਜੀ। ਅਸੀਂ ਪਿੰਡਾਂ 'ਚ ਰਹਿ ਕੇ ਪੜ੍ਹੇ ਹਾਂ, ਪਿੰਡਾਂ ਦੇ ਟੋਭਿਆਂ 'ਚ ਰਹੇ ਹਾਂ, ਮੱਝਾਂ ਦੀਆਂ ਪੂਛਾਂ ਫੜ ਕੇ ਨਹਾਉਂਦੇ ਰਹੇ ਹਾਂ। ਉੱਥੋਂ ਉੱਠ ਕੇ ਪੜ੍ਹ ਲਿਖ ਕੇ ਜ਼ਿੰਦਗੀ ਦੇ ਦੁਨੀਆ ਦਾ ਕੋਈ ਇਹੋ ਜਿਹੀ ਨਹੀਂ ਜਿਹੜੀ। ਤੁਸੀਂ ਤੇ ਚੰਨੀ ਸਾਹਿਬ ਵਾਲੀਆਂ ਗੱਲਾਂ ਕਰ ਰਹੇ ਹੋ। ਨਾ ਮੈਂ ਚੰਨੀ ਸਾਹਿਬ ਤਾਂ ਬਹੁਤ ਕੁਝ ਕਰਦੇ ਨੇ, ਚੰਨੀ ਸਾਹਿਬ ਵਾਲੇ ਕੰਮ ਨਹੀਂ ਕਰਦਾ। ਮੈਂ ਕਿਹਾ ਕਿ ਮੈਂ ਉੱਠ ਕੇ ਆਮ ਪਰਿਵਾਰਾਂ 'ਚ ਉੱਠ ਹੋਏ ਬੰਦੇ ਸਾਨੂੰ, ਮੈਂ ਇਹ ਨਹੀਂ ਕਹਿੰਦਾ, ਮੈਂ ਦੁਨੀਆ ਦੇ ਬੈਸਟ ਤੋਂ ਬੈਸਟ ਵੀ ਦੇਖਿਆ ਤੇ ਵਰਸਟ ਤੋਂ ਵਰਸਟ ਵੀ ਦੇਖਿਆ। ਤੁਸੀਂ TV ਦੇਖਦੇ ਹੁੰਦੇ ਸੀ ਕੁਝ ਸਾਲ ਪਹਿਲਾਂ? ਬਹੁਤ ਮੈਂ ਦੇਖਦਾ। ਤੁਸੀਂ ਇੱਕ ਮਸ਼ਹੂਰੀ ਦੇਖਦੇ ਹੁੰਦੇ ਸੀ, ਕਹਿੰਦੇ ਆ ਵੀ ਕੀ ਕਰੀਏ ਪਾਪਾ, ਪੈਟਰੋਲ ਖਤਮ ਹੀ ਨਹੀਂ ਹੁੰਦਾ। ਹਾਂ, ਪ੍ਰਕਾਸ਼ ਸਿੰਘ ਬਾਦਲ, ਰੱਬ ਉਹਨਾਂ ਨੂੰ ਸਿਹਤਯਾਬੀ ਬਖਸ਼ੇ, ਪਰ ਦੇਖੋ ਫਿਰ ਮੈਦਾਨ 'ਚ ਨਹੀਂ। ਹਾਂ ਬਿਲਕੁਲ, ਦੇਖੋ ਪ੍ਰਕਾਸ਼ ਸਿੰਘ ਬਾਦਲ ਨਾ ਇੱਕ ਸਿਆਸਤ ਦੀ ਨਾ ਬਹੁਤ ਵੱਡੀ ਕਿਤਾਬ ਨੇ, ਜਿਹਦੇ ਪੰਨੇ ਕਦੇ ਖਤਮ ਹੀ ਨਹੀਂ ਹੋ ਸਕਦੇ।
ਜ਼ਿੰਦਗੀ 'ਚ ਬਹੁਤ ਲੋਕਾਂ ਨੇ ਬੜਾ ਕੁਝ ਬੋਲਦੇ ਨੇ, ਪਰ ਪੰਜਾਬ 'ਚ ਜੇ ਸ਼ਾਂਤੀ ਭਾਈਚਾਰਕ ਸਾਂਝ ਬਣੀ ਰਹੀ ਹੈ ਤਾਂ ਉਹ 'ਚ ਸਭ ਤੋਂ ਵੱਡਾ ਰੋਲ ਜਿਹੜਾ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਹੈ। ਉਹਨਾਂ ਨੇ ਇੱਕ ਪ੍ਰੂਵ ਕੀਤਾ ਕਿ ਮੁੱਖ ਮੰਤਰੀ ਕਿਸੇ ਧਰਮ, ਕਿਸੇ ਮਜ਼ਹਬ ਜਾਂ ਕਿਸੇ ਖਿੱਤੇ ਨਾਲ ਨਹੀਂ ਬਣਿਆ ਹੁੰਦਾ। ਮੁੱਖ ਮੰਤਰੀ ਸਾਰੇ ਪੰਜਾਬ ਦਾ ਹੁੰਦਾ ਹੈ। ਉਹਦੇ ਚਾਹੇ ਹਿੰਦੂ ਰਹਿੰਦਾ, ਮੁਸਲਿਮ ਰਹਿੰਦਾ, ਸਿੱਖ ਰਹਿੰਦਾ, ਈਸਾਈ ਰਹਿੰਦਾ, ਉੱਚਾ ਰਹਿੰਦਾ, ਨੀਵਾਂ ਰਹਿੰਦਾ, ਕੋਈ ਰਹਿੰਦਾ, ਚਾਹੇ ਕਾਰੋਬਾਰੀ ਹੈ ਚਾਹੇ ਕਿਸਾਨੀ ਹੈ, ਹਰ ਬੰਦੇ ਲਈ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਮੈਂ ਬੈਲੈਂਸ ਰੱਖ ਕੇ ਚੱਲਾਂ। ਤੇ ਸ਼ਾਇਦ ਇਸੇ ਬੈਲੈਂਸ ਨੂੰ ਕਾਇਮ ਕਰਦੇ ਅਸੀਂ ਜਿਹੜੀ ਹੈ ਇਸ ਮੋੜ ਤੇ ਕਿਤੇ ਇੱਕ ਟਾਈਮ ਤੇ ਇਹੋ ਜਿਹਾ ਆਇਆ ਸੀ ਕਿ ਸਾਡੇ ਖਿਲਾਫ ਬਹੁਤ ਵੱਡਾ ਕੂੜ ਪ੍ਰਚਾਰ ਹੋਇਆ, ਜਿਹੜੀ ਮੈਂ ਪਹਿਲਾਂ ਕੀਤਾ ਕਿ 3 ਚੀਜ਼ਾਂ ਦੀ ਸਿਆਸਤ ਹੋ ਰਹੀ ਹੈ, ਬੇਅਦਬੀ, ਰੁਜ਼ਗਾਰ ਤੇ ਨਸ਼ਾ। ਪਰ ਅੱਜ ਵੀ ਲੋਕਾਂ ਦੇ ਮਨਾਂ ਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਜ਼ਖਮ ਤੇ ਚਲੋ ਤਾਜ਼ਾ ਨੇ, ਪਰ ਲੋਕੀ ਸਵਾਲ ਕਰ ਰਹੇ ਨੇ, ਅਜੇ ਵੀ ਸਵਾਲ ਕਰ ਰਹੇ ਨੇ। ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ, ਪ੍ਰਕਾਸ਼ ਸਿੰਘ ਬਾਦਲ ਨਾਲ ਨਾਰਾਜ਼ਗੀ ਜਿਹੜੀ ਹੈ ਉਹ ਬੜੀ ਵੱਡੀ ਨਾਰਾਜ਼ਗੀ ਹੈਗੀ ਲੋਕਾਂ ਦੀ। ਗੋਲੀ ਚਲਾਉਣ ਤੋਂ ਲੈ ਕੇ ਐਸਆਈਟੀਜ਼ ਬਣਨ ਤੋਂ ਲੈ ਕੇ ਕਿੰਨਾ ਕੁਝ ਹੈਗਾ ਜਿਹਦਾ ਅਜੇ ਤੱਕ ਕੋਈ ਵਿਜ਼ਨ ਸਾਹਮਣੇ ਨਹੀਂ ਆ ਰਿਹਾ, ਫੈਸਲਾ ਸਾਹਮਣੇ ਨਹੀਂ ਆ ਰਿਹਾ। ਲੋਕ ਚਾਹੁੰਦੇ ਆ ਕਿ ਉਹਨਾਂ ਨੂੰ ਇਮੋਸ਼ਨਲ ਜੱਜਮੈਂਟ ਦੇ ਤੌਰ ਤੇ ਨਾ ਸਹੀ, ਇੱਕ ਰੀਅਲ ਜੱਜਮੈਂਟ ਦੇ ਤੌਰ ਤੇ ਉਹਨਾਂ ਸਾਹਮਣੇ ਕੁਝ ਤੇ ਸਾਹਮਣੇ ਆਏ, ਪਰ ਉਹਨਾਂ ਸਾਹਮਣੇ ਕੁਝ ਨਹੀਂ ਆ ਰਿਹਾ ਹੈਗਾ। ਤੇ ਸਭ ਤੋਂ ਵੱਡਾ ਸਵਾਲ ਤੁਹਾਡੇ ਤੇ ਹੀ ਹੈ, ਅਕਾਲੀ ਦਲ ਤੇ ਹੀ ਹੈ। ਮੈਂ ਬਿਲਕੁਲ ਦਊਂ, ਮੈਂ ਸਹੀ ਤੁਹਾਨੂੰ ਕਲੀਅਰ ਕੱਟ ਜਵਾਬ ਇਸ ਤੇ, ਮੈਂ ਕਦੇ ਲੁਕੋ ਕੇ ਨਹੀਂ ਗੱਲ ਕੀਤੀ। 2015 ਚ ਬੇਅਦਬੀ ਹੋਈ, ਮੈਂ 3-4 ਚੀਜ਼ਾਂ ਤੁਸੀਂ ਕਾਊਂਟ ਕਰਿਓ ਉਹਦੇ 'ਚ। 2015 ਜਦੋਂ ਬੇਅਦਬੀ ਹੋਈ ਤਾਂ ਅਸੀਂ ਬੰਦੇ ਫੜੇ, ਸਿੱਖ ਜਥੇਬੰਦੀਆਂ, ਸੰਗਤ ਨੇ ਕਿਹਾ ਕਿ ਨਹੀਂ ਇਹ ਗਲਤ ਹੈ ਜੀ, ਇਹ ਬੰਦੇ ਨਹੀਂ ਹੈਗੇ, ਠੀਕ ਹੈ, ਇਹੀ ਕਿਹਾ। ਜਿਹੜੇ 2 ਮੁੰਡੇ ਫੜੇ ਸੀ, ਬਿਲਕੁਲ ਅਸੀਂ ਸੰਗਤ ਦੇ ਪ੍ਰੈਸ਼ਰ 'ਚ ਆ ਕੇ ਅਸੀਂ ਕਿਹਾ ਵੀ ਠੀਕ ਹੈ ਜੀ ਛੱਡ ਦਿੰਦੇ ਹਾਂ, ਕੋਈ ਗੱਲ ਨਹੀਂ, ਤੁਸੀਂ ਕਿਹਾ ਸਾਨੂੰ ਤੁਹਾਨੂੰ ਲੱਗਦਾ ਨਹੀਂ, ਅਸੀਂ ਹੋਰ ਕਾਰਵਾਈ ਕਰਦੇ ਹਾਂ। ਬਟ ਨਾਲ ਦੀ ਨਾਲ ਕਿਹਾ ਕਿ ਸਾਨੂੰ ਇਹ ਮਨਜ਼ੂਰ ਨਹੀਂ, ਸਾਨੂੰ ਵਿਸ਼ਵਾਸ ਨਹੀਂ ਹੈ ਪੰਜਾਬ ਪੁਲਿਸ ਤੇ, ਇਹ ਕੇਸ ਸੀਬੀਆਈ ਨੂੰ ਦਿੱਤਾ ਜਾਵੇ। ਅਸੀਂ ਕੇਸ ਸੀਬੀਆਈ ਨੂੰ ਦਿੱਤਾ, ਅਕਾਲੀ ਦਲ ਨੇ, ਸਰਕਾਰ ਸੀ। ਅਨਡਾਊਟਲੀ ਇੱਕ ਚੀਜ਼ ਹੈ ਕਿ ਸਾਡੇ ਉਹ ਟਾਈਮ ਸੀ ਕਿ ਸਾਡੇ ਟਾਈਮ 'ਚ ਬੇਅਦਬੀ ਹੋਈ, ਬਟ ਬੇਅਦਬੀਆਂ ਤਾਂ ਪਹਿਲਾਂ ਵੀ ਬਹੁਤ ਹੋਈਆਂ ਨੇ, 84 'ਚ ਘੱਟ ਹੋਈਆਂ ਨੇ, ਗੁਰੂ ਸਾਹਿਬ ਨੂੰ ਗੋਲੀਆਂ ਮਾਰੀਆਂ ਗਈਆਂ। ਨਹੀਂ, ਮੈਂ ਅਗਲੀ ਪੂਰੀ ਦੇਣਾ ਤੁਹਾਨੂੰ, ਮੈਂ ਜਸਟੀਫਾਈ ਨਹੀਂ ਕਰਦਾ, ਮੈਂ ਜਸਟੀਫਾਈ ਬਿਲਕੁਲ ਨਹੀਂ ਕਰਦਾ, ਕਿਉਂਕਿ ਕਹਿਣਾ ਤੇ ਹੁਕਮਰਾਨ ਨੂੰ ਹੈ। ਨਹੀਂ, ਮੈਂ ਤੁਹਾਨੂੰ ਉਹੀ ਦੱਸ ਰਿਹਾ, ਜਦੋਂ ਉਹ ਵੀ ਹੋਈਆਂ, ਬੇਅਦਬੀਆਂ ਬਹੁਤ ਹੋਈਆਂ, ਦੁਨੀਆ 'ਚ ਹੁੰਦੀਆਂ ਨੇ। ਜਦੋਂ ਤੁਸੀਂ ਗੁਰੂ ਸਾਹਿਬ ਦੇ ਆਲੇ ਦੁਆਲੇ ਲਾਮਾ ਲੈ ਕੇ ਨਾ ਉਦੋਂ ਬਾਅਦ ਤਲਾਕ ਦਿੰਦੇ ਹੋ, ਬੇਅਦਬੀ ਤਾਂ ਉਹ ਵੀ ਹੈ, ਗੁਰੂ ਸਾਹਿਬ ਦੀ ਸਹੁੰ ਖਾ ਕੇ ਕਹਿ ਰਿਹਾ, ਠੀਕ ਹੈ। ਇਹ ਬੇਅਦਬੀ ਦੀ ਪਰਿਭਾਸ਼ਾ ਕੀ ਹੈ? ਬਟ ਉਹ ਤੋਂ ਬਾਅਦ 5 ਸਾਲ ਹੋ ਗਏ, ਕਿੰਨੀਆਂ ਸਿੱਟ ਬਣ ਗਈਆਂ। ਅੱਜ ਵੀ ਜੇ ਚਲਾਨ ਪੇਸ਼ ਹੋਇਆ, ਜਿਹੜੀ ਸਭ ਤੋਂ ਪਹਿਲੀ ਸਿੱਟ ਅਸੀਂ ਬਣਾਈ ਸੀ ਉਸੇ ਦੇ ਬੇਸ ਤੇ ਚਲਾਨ ਹੈ। ਜਿੰਨੀ ਸਿੱਟ ਹੋਈ, ਜਿੰਨਾ ਕੁਝ ਹੋਇਆ, ਕਿਸੇ ਇੱਕ ਜਗ੍ਹਾ ਤੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾ ਤਾਂ ਨਾਂ ਛੱਡੋ, ਸ਼੍ਰੋਮਣੀ ਅਕਾਲੀ ਦਲ ਦਾ ਨਾਂ ਦਿਖਾ ਦਿਓ ਜਿਹੜਾ ਸਾਡੇ ਦਿਲ 'ਚ ਹੈ। ਇਹ ਕਹਿੰਦੇ ਨੇ ਬੇਅਦਬੀਆਂ ਕਰਾਈਆਂ। ਸੈਕੰਡਲੀ ਇਹ ਤਾਂ ਕਲੀਅਰ ਹੈ ਨਾ, ਉਦੋਂ ਬਾਅਦ ਗੋਲੀ ਦੀ ਗੱਲ ਹੋਈ, ਗੋਲੀ ਦੇ ਜਾਂਚ ਜਿਹੜੇ ਸੀ, ਜਿਹੜਾ ਗੋਲੀ ਦੇ ਹੁਕਮ ਸੀ ਉਹ ਮੈਜਿਸਟਰੇਟ ਨੇ ਦਿੱਤੇ ਸੀ। ਹੁਣ ਮੁੱਖ ਮੰਤਰੀ ਹੈ, ਰਾਤ ਨੂੰ 2 ਵਜੇ ਕਾਲ ਕਰ ਲਈ, ਉਹਦੀ ਗੱਲ ਹੋਈ ਕਿ 2 ਵਜੇ ਕਾਲ ਕੀਤੀ ਜੀ, ਉਹ ਚੰਗਾ ਬੰਦਾ ਹੈ, ਆਪਣੇ ਘਰ 'ਚ ਅੱਗ ਲੱਗੀ ਆ, ਆਪਾਂ ਰਾਤ ਨੂੰ ਉੱਠ ਕੇ ਗੱਲ ਨਹੀਂ ਕਰਾਂਗੇ। ਮੇਰੇ ਪਰਿਵਾਰ ਨੂੰ ਕਿਸੇ ਨੂੰ ਤਕਲੀਫ ਹੈ ਤਾਂ ਓਬਵੀਅਸ ਹੈ ਮੈਂ ਉੱਠ ਕੇ ਉਹਦੀ ਗੱਲ ਕਰੂੰਗਾ। ਤੇ ਵੱਡੀ ਗੱਲ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਰਾਤ ਨੂੰ 2 ਵਜੇ ਵੀ ਇਸ ਗੱਲ ਨੂੰ ਸੁਣਨ ਨੂੰ ਤਿਆਰ ਤੇ ਜਾਗਦੇ ਨੇ। ਉਹਨਾਂ ਮੁੱਖ ਮੰਤਰੀਆਂ ਵਾਂਗ ਨਹੀਂ ਕਿ ਜਿਹੜੇ ਦਿਨੇ ਪਤਾ ਹੀ ਨਹੀਂ ਲੱਗਦਾ ਕਿ ਦੂਜੇ ਦਿਨ ਤੱਕ ਕੀ ਹੋ ਰਿਹਾ ਹੈ। ਉਹਨਾਂ ਨੇ ਗੱਲ ਕੀਤੀ ਤੇ ਉਸ ਤੋਂ ਬਾਅਦ ਜਿੰਨੇ ਵੀ ਜਿੱਥੇ ਜੋ ਹੋ ਸਕਦਾ ਸੀ, ਅਫਸਰਾਂ ਤੇ ਕੇਸ ਹੋ ਸਕਦੇ ਸੀ, ਜੋ ਕਰ ਸਕਦੇ ਸੀ ਕੀਤਾ। ਪਰ ਹੁਣ ਕੀ ਕੀਤਾ 5 ਸਾਲਾਂ 'ਚ? ਕੀ ਅਸੀਂ ਵੀ ਕਿਹਾ, ਅਸੀਂ ਤਾਂ ਅਰਦਾਸ ਕੀਤੀ ਹੈ, ਇਦੋਂ ਵੱਡੀ ਗੱਲ ਨਹੀਂ ਕਹਿ ਸਕਦਾ ਕਿ ਬੇਅਦਬੀ ਕਰਨ ਵਾਲਾ, ਕਰਾਉਣ ਵਾਲੇ ਤੋਂ ਸਿਆਸਤ ਕਰਨ ਵਾਲਾ, ਤਿੰਨਾਂ ਦਾ ਕੱਖ ਨਾ ਰਹੇ। ਅੱਜ ਵੀ ਅਰਦਾਸ ਕਰਦੇ, ਇੱਕ ਗੁਟਕਾ ਸਾਹਿਬ ਦੀਆਂ ਸੌਹਾਂ ਖਾਂਦਾ ਹੈ, ਇੱਕ ਅਰਦਾਸਾਂ ਕਰਦਾ ਹੈ, ਲੋਕ ਯਕੀਨ ਕਿਸ ਤੇ ਕਰਨ? ਅਸੀਂ ਤਾਂ ਅਰਦਾਸ ਕਹਿ ਰਹੇ ਹਾਂ ਕਿ ਖਤਮ ਹੋ ਜਾਏ। ਉਹ ਤਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਇਹ ਗੱਲ ਕਹਿੰਦੇ ਨੇ ਨਾ ਕਿ ਅਸੀਂ ਆਹ ਕਰਾਂਗੇ। ਅਸੀਂ ਤਾਂ ਇਹ ਕਹਿ ਕਿ ਜਿਹੜਾ ਕਰਦਾ ਹੈ ਸੀ ਤੇ ਗਲਤ ਕਰਦਾ। ਨੇ ਮੇਰੀ ਪੀਰੀ ਦੀ ਦਾਤ ਬਖਸ਼ੀ, ਬਿਲਕੁਲ ਧਰਮ ਤੇ ਸਿਆਸਤ ਨਾਲ ਚੱਲਣੇ ਚਾਹੀਦੇ ਆ। ਧਰਮ ਦੀ ਸ਼ੈਡੋ 'ਚ ਸਿਆਸਤ ਜਿਹੜੀ ਉਹ ਰਹਿਣੀ ਚਾਹੀਦੀ ਹੈ। ਪਰ ਇੱਥੇ ਜਦੋਂ ਜਿਹੜੀ ਆਪਣੇ ਆਪ ਨੂੰ ਸਭ ਤੋਂ ਵੱਡੀ ਪੰਥਕ ਪਾਰਟੀ ਮੰਨਦੀ ਹੈ, ਅਜੇ ਤੱਕ ਇਨਸਾਫ ਨਹੀਂ ਦਿਵਾ ਸਕੀ। ਇਹ ਗੱਲ ਬਿਲਕੁਲ ਸੱਚ ਹੈ, ਬਿਲਕੁਲ। ਔਰ ਚਲੋ ਇਹ ਗੱਲ ਆਪਾਂ ਰਹਿਣ ਦੀਏ ਕਿਉਂਕਿ ਜਿਹੜੀ ਜਾਂਚ ਅਧੀਨ ਹੈ। ਪਰ ਗੱਲ ਇਹ ਹੈ ਕਿ ਪੰਥਕ ਸੀਟਾਂ ਤੇ ਅਸੀਂ ਆਈਏ, ਚਮਕੌਰ ਸਾਹਿਬ ਦੀ ਗੱਲ ਕਰੀਏ, ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰੀਏ, ਜਿਹੜੀਆਂ ਤੁਹਾਡੀਆਂ ਧੁਰ ਸੀਟਾਂ ਡਰ ਗਏ ਬੀਐਸਪੀ ਨੂੰ ਦੇ ਦਿੱਤੀਆਂ। ਨਹੀਂ, ਬੀਐਸਪੀ ਮੈਨੂੰ ਇੱਕ ਨਹੀਂ ਸਮਝ ਆਉਂਦੀ ਇਹ ਗੱਲ ਕਿਉਂ ਕਹਿੰਦੇ ਆ ਅਸੀਂ। ਬੀਐਸਪੀ ਕੋਈ ਉੱਚ ਬੰਦੇ ਨਹੀਂ ਜੀ। ਨਹੀਂ, ਬੰਦੇ ਨੇ, ਪਰ ਪੰਥਕ ਸੀਟਾਂ ਤੁਸੀਂ ਆਪਣੇ ਆਪ ਨੂੰ ਬੀਐਸਪੀ 'ਚ ਪੰਥਕ ਨਹੀਂ ਹੈ। ਨਹੀਂ ਹੈਗੇ, ਤੁਸੀਂ ਬਹੁਜਨ ਸਮਾਜ, ਰੰਗਰੇਟਾ ਗੁਰੂ ਕਾ ਬੇਟਾ। ਨਹੀਂ, ਬਿਲਕੁਲ ਤੁਸੀਂ ਗੱਲ ਸਮਝੋ, ਅਸੀਂ ਇਹੀ ਤਾਂ ਫਰਕ ਹੈ ਸਾਡਾ, ਇਹੀ ਤਾਂ ਫਰਕ ਹੈ ਪੁਨੀਤ ਜੀ। ਮੈਨੂੰ ਕਿਸੇ ਨੇ ਸਵਾਲ ਕੀਤਾ ਰੇਡੀਓ ਤੇ, ਮੈਂ ਲਾਈਵ ਹੋ ਰਿਹਾ ਸੀ, ਮੈਨੂੰ ਕਹਿੰਦਾ ਜੀ ਡੇਰਾਬਾਦ ਪੈਦਾ ਹੋਇਆ, ਫਲਾਣੇ ਤੁਸੀਂ ਕੀਤਾ, ਤੁਸੀਂ ਤੁਹਾਡੀਆਂ ਕਮੀਆਂ ਨੇ, ਤੁਹਾਡੀਆਂ ਗਲਤੀਆਂ ਨੇ। ਬਾਲ ਸਾਹਿਬ ਨੂੰ ਬਹੁਤ ਕੁਝ ਉਹਨੇ ਰੇਡੀਓ ਤੇ ਲਾਈਵ ਚੱਲ ਰਿਹਾ ਸੀ। ਮੈਂ ਉੱਥੇ ਇੱਕ ਸਵਾਲ ਕੀਤਾ, ਮੈਂ ਕਿਹਾ ਜੀ ਜਿਹੜੀ ਇਹ ਡੇਰਾਬਾਦ ਜਾਂ ਕੁਝ ਪੈਦਾ ਹੋਏ ਨਾ, ਉਹ ਸਾਡੇ ਵਰਗੇ ਧਰਮ ਦੇ ਠੇਕੇਦਾਰਾਂ ਕਰਕੇ ਪੈਦਾ ਹੋਏ। ਕਿਉਂ ਹੋਏ ਨੇ? ਤੁਸੀਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੋ ਇਹਨੂੰ ਨਹੀਂ ਦੇਣਾ,
ਤੁਸੀਂ ਇਹਨੂੰ ਰਮਾਇਣ ਦਾ ਇਹਨੂੰ ਆ ਫਲਾਣਾ ਨਹੀਂ ਦੇਣਾ, ਇਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਨਹੀਂ ਜਾਣੀ ਚਾਹੀਦੀ, ਸਿੱਕਾ ਢਾਲ ਕੇ ਪਾਇਆ ਜਾਂਦਾ ਸੀ। ਕੀ ਉਹ ਇਨਸਾਨ ਨਹੀਂ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਸੰਭਾਲਿਆ, ਰੇਟੇ ਗੁਰੂ ਕੇ ਬੇਟੇ? ਪਤਾ ਕੀ ਅਸੀਂ ਇਹ ਡਿਵਰਸਿਟੀ ਕਿਉਂ ਕਰਦੇ ਹਾਂ? ਨਹੀਂ, ਪਰ ਗੱਲ ਇਹ ਹੈ ਕਿ ਜਿਹੜੀਆਂ ਆਪਣੀਆਂ ਧੁਰ ਸੀਟਾਂ ਹੁੰਦੀਆਂ, ਕਿਸੇ ਵੀ ਪਾਰਟੀ ਦਾ ਕੋਈ ਗੱਠਜੋੜ ਹੁੰਦਾ ਹੈ, ਉਸ ਦੇ ਪਿੱਛੇ ਕੁਝ ਸੈਂਸਿਬਿਲਿਟੀਜ਼, ਕੁਝ ਇਦਾਂ ਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਕਿ ਆਮ ਇਨਸਾਨ ਸੋਚਦਾ ਹੈ ਕਿ ਇਹ ਸੀਟ ਤੇ ਇਹਨਾਂ ਦੀ ਪੱਕੀ ਧੁਰ ਸੀਟ ਸੀ, ਇਹਨੂੰ ਕਿਉਂ ਛੱਡਣਾ ਪੈ ਗਿਆ? ਕੋਈ ਚੀਜ਼ ਜ਼ਿੰਦਗੀ 'ਚ ਪੱਕੀ ਨਹੀਂ ਹੈ। ਫਿਰ ਦੂਜੀ ਗੱਲ, ਕਿਉਂ ਕਰਦੇ ਆ ਇਹ ਚੀਜ਼? ਬੀਐਸਪੀ ਨੂੰ ਉਹਨਾਂ ਥਾਵਾਂ ਤੇ ਵੀ ਟਿਕਟ ਦਿੱਤੀ ਗਈ ਜਿੱਥੇ ਨੋਟਾਂ ਦੀਆਂ ਟਿਕਟਾਂ ਇੱਕ ਟਾਈਮ ਤੇ ਨੋਟਾਂ ਨੂੰ ਵੋਟਸ ਜ਼ਿਆਦਾ ਪਈਆਂ ਤੇ ਉਹਨਾਂ ਨੂੰ ਘੱਟ ਪਈਆਂ ਜੀ। ਮਤਲਬ ਨੋਟਾਂ ਦੇ ਖਾਤੇ ਜ਼ਿਆਦਾ ਅਮਾਉਂਟ ਸੀ ਵੋਟਸ ਦੀ ਤੇ ਇਹਨਾਂ ਨੂੰ ਘੱਟ ਪਈਆਂ ਵੋਟਾਂ, ਮਤਲਬ ਉੱਥੋਂ ਤੱਕ ਵੀ ਦਿੱਤੀਆਂ। ਮਤਲਬ ਕੀ ਸੋਚ ਕੇ ਇਹ ਐਡਜਸਟਮੈਂਟਸ ਜਿਹੜੀਆਂ ਨੇ ਬਸ ਬੰਦੇ ਇਕੱਠੇ ਕਰਨੇ? ਪਾਰਟੀ ਜਿਹੜੀ ਹੈ, ਪਾਰਟੀ ਦੇ ਦੋ ਪਾਰਟੀਆਂ ਜਦੋਂ ਗਠਬੰਧਨ ਹੁੰਦਾ, ਚਾਹੇ ਅਸੀਂ ਪਹਿਲਾਂ ਬੀਜੇਪੀ ਨਾਲ ਰਹੇ, ਚਾਹੇ ਅਸੀਂ ਜਿੱਥੇ ਪਾਰਟੀਆਂ ਦੋਨੇ ਸਹਿਮਤ ਹੁੰਦੀਆਂ ਨੇ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਸੀਟਾਂ ਚਾਹੀਦੀਆਂ ਨੇ ਕਿਉਂਕਿ ਉੱਥੇ ਸਾਡਾ ਅਸੀਂ ਸਮਝਦੇ ਹਾਂ ਕਿ ਅਸੀਂ ਲੜ ਸਕਦੇ ਹਾਂ ਜਾਂ ਅਸੀਂ ਉੱਥੇ ਖੜ ਸਕਦੇ ਹਾਂ, ਤੇ ਉੱਥੇ ਉਹਨਾਂ ਨੂੰ ਦਿੱਤੀ। ਜਿੱਥੇ ਅਕਾਲੀ ਦਲ ਲੜ ਸਕਦਾ ਉੱਥੇ ਅਕਾਲੀ ਦਲ ਨੇ ਲਈਆਂ। ਕੋਈ ਇਹ ਨਹੀਂ ਕਿ ਉਹ ਸੀਟਾਂ ਤੇ ਪਹਿਲਾਂ ਜਿੱਤਦੇ ਵੀ ਰਿਹਾ ਅਕਾਲੀ ਦਲ, ਕੋਈ ਤਾਂ ਨਹੀਂ ਅਕਾਲੀ ਦਲ ਨਹੀਂ ਹਾਰਿਆ, ਮਤਲਬ ਕਦੇ ਇਸ ਤੇ ਜਿੱਤਿਆ ਨਹੀਂ ਹੈ, ਸੀਟਾਂ ਉਹ ਜਿੱਤਦੇ ਵੀ ਰਿਹਾ, ਬਟ ਕੈਂਡੀਡੇਟ ਟੂ ਕੈਂਡੀਡੇਟ ਜਿਹੜਾ ਸਿਸਟਮ ਹੈ। ਪਰ ਅਸੀਂ ਕਦੇ ਇਹ ਨਹੀਂ ਕਿ ਇਹ ਸੀਟਾਂ ਮਾੜੀਆਂ ਤੇ ਇਹਨੂੰ ਦੇ ਇਹ ਚੰਗੀਆਂ ਤੇ ਆਪ ਰੱਖ ਲਓ ਜਾਂ ਉਹਨੂੰ ਇੱਕ ਜਦੋਂ ਕੋਈ ਵੀ ਦੇਖੋ ਉਹ ਪਾਰਟੀ ਕਿਹੜਾ ਕੋਈ ਛੋਟੀ ਪਾਰਟੀ, ਤੁਹਾਨੂੰ ਕੀ ਲੱਗਦਾ ਉਹ ਫਿਰ ਨਹੀਂ ਉਹ ਛੋਟੀ ਪਾਰਟੀ ਨਹੀਂ। ਮੈਂ ਖੁਦ ਨਹੀਂ ਮੰਨਦੀ ਹੈਗੀ ਕਿ ਕਿਸੇ ਵੀ ਜਾਤ ਪਾਤ ਦੇ ਸਮੀਕਰਨ ਤੇ ਸਿਆਸਤ ਹੋਣੀ ਚਾਹੀਦੀ ਹੈ, ਪਰ ਜੇ ਪੰਜਾਬ ਪੋਲਿਟਿਕਸ ਦੀ ਅਸੀਂ ਹਿਸਟਰੀ ਦੇਖੀਏ ਸ਼ੁਰੂ ਤੋਂ ਲੈ ਕੇ ਹੁਣ ਤੱਕ, ਹਿੰਦੂ ਫੀਸਦ ਦੇਖੀਏ, ਜੱਟ ਫੀਸਦ ਦੇਖੀਏ, 19-20% ਦੀ ਹੈਗੀ ਹੈ, ਹਿੰਦੂ ਫੀਸਦ ਜਿਹੜੀ 39% ਹੈਗੀ ਹੈ, ਇਹ ਅਸੀਂ ਸਾਰਾ ਕੁਝ ਜੇ ਅਸੀਂ ਦੇਖ ਲਈਏ ਸਾਨੂੰ ਪਤਾ ਲੱਗਦਾ ਹੈ ਕਿ ਇਹ ਸਾਰਾ ਕੁਝ ਜਿਹੜਾ ਇਸੇ ਫੀਸਦ ਤੇ ਚੱਲਦਾ ਹੈ, ਇਹ ਜਾਤ ਦੇ ਸਮੀਕਰਨ ਤੇ ਹੀ ਚੱਲਦਾ ਹੈਗਾ। ਸੋ ਅਜਿਹੇ ਵਿੱਚ ਇੱਕ ਪਾਸੇ ਅਨੁਸੂਚਿਤ ਜਾਤੀ ਦੇ ਮੁੱਖ ਮੰਤਰੀ, ਦੂਜੇ ਪਾਸੇ ਇਹ 32-33% ਜਿਹੜੇ ਆ ਗੜੀ ਸਾਹਿਬ, ਹੈ ਨਾ, ਸਾਡਾ ਖਾਸ ਭਾਈਚਾਰਾ, ਤੇ ਅਸੀਂ ਹੁਣ ਵਰਸਸ ਲੈ ਕੇ ਚੱਲ ਰਹੇ ਹਾਂ। ਮਤਲਬ ਮੈਂ ਨਹੀਂ, ਜਿਹੜੇ ਪੰਜਾਬ ਦੇ ਲੋਕ ਨੇ ਉਹ ਵਰਸਸ ਲੈ ਕੇ ਚੱਲ ਰਹੇ ਆ। ਕੈਟਰ ਉਹ ਵੀ ਇਸੇ ਚੀਜ਼ ਨੂੰ ਕਰ ਰਹੇ ਆ, ਕੈਟਰ ਉਹ ਵੀ ਇਸੇ ਚੀਜ਼ ਨੂੰ ਕਰ ਰਹੇ, ਮਤਲਬ ਕੋਸ਼ਿਸ਼ ਜਿਹੜਾ ਹੈ, ਮੰਤਵ ਜਿਹੜਾ ਇੱਕੋ ਹੀ ਹੈਗਾ ਦੋਵਾਂ ਦਾ। ਗੱਲ ਪਤਾ ਕੀ ਅਪਨੀਤ ਜੀ, ਮੇਰੀ ਸੋਚ ਹੋਰ ਹੈ, ਪਤਾ ਨਹੀਂ ਕਿਉਂ, ਸ਼ਾਇਦ ਗਲਤ ਵੀ ਹੋਵੇ, ਕਈ ਵਾਰੀ ਪਾਰਟੀ ਵਿਚਾਰਧਾਰਾ ਤੋਂ ਵੀ ਪਰੇ ਹੋ ਸਕਦੀ ਹੈ। ਮੇਰਾ ਮੰਨਣਾ ਹੈ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਸਿਆਸਤ ਜਿਹੜਾ ਬੰਦਾ ਡਿਜ਼ਰਵ ਕਰਦਾ ਨਾ, ਲੱਗਦਾ ਕਿ ਲੜਾਈ ਲੜ ਸਕਦਾ ਲੋਕਾਂ ਦੀ, ਤੇ ਸਿਆਸਤ ਦੇ ਵਿੱਚ ਜਿਹੜਾ ਬੰਦਾ ਇੱਕ ਕਾਮਯਾਬੀ ਤੇ ਇੱਕ ਕਾਮਯਾਬੀ ਹੋਣਾ ਤੇ ਕਾਮਯਾਬ ਹੋ ਕੇ ਉਹਨੂੰ ਸਹੀ ਤਰੀਕੇ ਨਾਲ ਨਿਭਾਉਣਾ, ਇਹ ਬਹੁਤ ਵੱਡਾ ਸਵਾਲ ਹੈ। ਮੇਰੇ ਮੁਤਾਬਿਕ ਜਿਹੜਾ ਬੰਦਾ ਲੜਨੀ ਚਾਹੁੰਦਾ ਹੈ, ਜਿਹੜੇ ਦਾ ਹੱਕ ਬਣਦਾ ਹੈ ਜਾਂ ਜਿਹੜੇ ਦਾ ਸਹੀ ਸੇਵਾ ਕਰਦਾ ਹੈ ਤੇ ਜਿਹਦੀ ਸੋਚ ਚੰਗੀ ਹੈ, ਉਹਨੂੰ ਉੱਥੇ ਉਤਾਰਨਾ ਚਾਹੀਦਾ ਪਾਰਟੀ ਨੂੰ। ਬਾਕੀ ਰਿਹਾ ਦੇਖੋ ਰਾਜਨੀਤੀ ਦੇ ਵਿੱਚ ਬਹੁਤ ਚੀਜ਼ਾਂ ਉਥਲ ਪੁਥਲ ਹੁੰਦੀ ਹੈ, ਜੇ ਸਾਰਾ ਕੁਝ ਸਹੀ ਹੋਵੇ ਤਾਂ ਫਿਰ ਤਾਂ ਚੱਕਰ ਹੀ ਕੋਈ ਨਹੀਂ ਹੈ, ਠੀਕ ਹੈ ਨਾ। ਜੇ ਸਭ ਕੁਝ ਸਹੀ ਹੈ ਫਿਰ ਤਾਂ ਰਾਜਨੀਤੀ ਕੌਣ ਕਹੇ। ਨਹੀਂ, ਗੜੀ ਸਾਹਿਬ ਵੀ, ਉਹਨਾਂ ਦੀ ਵੀ ਜਿਵੇਂ ਕਹਿੰਦੇ ਆ ਕਿ ਉਹਨਾਂ ਦੇ ਅੰਦਰ ਵੀ ਜਦੋਂ ਉਹ ਅੱਜ ਕੱਲ੍ਹ ਉਤਰ ਰਹੇ ਆ ਮੈਦਾਨ ਦੇ ਵਿੱਚ ਤੇ ਬੜੀ ਊਰਜਾ ਹੁੰਦੀ ਆ ਉਹਨਾਂ ਦੇ ਵਿੱਚ, ਜਦੋਂ ਗੜੀ ਸਾਹਿਬ ਵੀ ਉਤਰਦੇ ਹੈਗੇ ਆ, ਬਹੁਤ ਸਾਰੀਆਂ ਸਿਆਣੀਆਂ ਗੱਲਾਂ ਵੀ ਕਰਦੇ ਆ। ਖਰੇ ਉਤਰਨਗੇ ਨਹੀਂ ਉਤਰਨਗੇ ਬਾਅਦ ਦੀਆਂ ਗੱਲਾਂ ਹੈ, ਪਰ ਉਹਨਾਂ ਨੂੰ ਦੇਖੀਦਾ ਤੇ ਖੁਸ਼ੀ ਹੁੰਦੀ ਹੈਗੀ ਆ ਕਿ ਚਲੋ ਗੱਠਜੋੜ ਹੋਇਆ, ਹੁਣ ਜੋ ਕਹਿ ਰਹੇ ਨੇ ਪੂਰਾ ਵੀ ਕਰਨ, ਚੰਗੀ ਗੱਲ ਹੈਗੀ ਆ। ਹੁਣ ਆਨੇ ਜੇ ਸਾਡਾ ਕਿਤੇ ਕਦੇ ਗੱਡੀ ਤੇ ਆਉਣ ਦਾ ਮਨ ਕਰੇ, ਟ੍ਰੇਨ ਤੇ, ਇੱਥੇ ਰੁਕਦੀ ਨਹੀਂ। ਕਿੱਥੇ ਜੇ ਕਿਤੇ ਸੁਨਾਮ ਆਉਣਾ ਹੋਵੇ, ਅਸੀਂ ਕਿਤੇ ਟ੍ਰੇਨ ਚੱਲਦੀ ਹੋਵੇ, ਕਿਤੇ ਆਪਾਂ ਦਿੱਲੀੋਂ ਆਉਣਾ ਹੋਵੇ, ਕਿਤੇ ਹੋਰੋਂ ਆਉਣਾ ਹੋਵੇ, ਗੱਡੀ ਨਹੀਂ ਰੁਕਦੀ ਤੁਹਾਡੇ ਇੱਥੇ ਕੋਈ, ਸਾਨੂੰ ਕਾਰ ਤੇ ਆਉਣਾ ਪੈਣਾ। ਮੈਂ ਬਹੁਤ ਵਾਰ ਕਿਹਾ, ਮੈਂ ਚਲੋ ਜਿੰਨਾ ਮੇਰਾ ਲੈਵਲ ਸੀ, ਮੈਂ ਚੇਅਰਮੈਨ ਰਿਹਾ, ਵਾਈਸ ਚੇਅਰਮੈਨ ਰਿਹਾ ਪੀਆਰਡੀਸੀ ਦਾ, ਤੇ ਮੈਂ ਮਾਣ ਨਾਲ ਕਹਿ ਸਕਦਾ ਕਿ ਮੇਰੇ ਟੈਨਿਓਰ 2 ਸਾਲਾਂ 'ਚ ਪੀਆਰਡੀਸੀ ਆਕਸ਼ਨ ਤੋਂ 11 ਕਰੋੜ ਦੇ ਪ੍ਰੋਫਿਟ 'ਚ ਗਈ। 550 ਬੱਸ ਨਵੀਂ ਪਾਈ ਸੀ, ਆ ਸੰਗਰੂਰ ਦਾ ਬੱਸ ਸਟੈਂਡ ਵੀ ਬਣਵਾਇਆ ਹੋਇਆ। ਚਲੋ ਉਹ ਮੈਂ ਉਸ ਟੀਮ ਦਾ ਹਿੱਸਾ ਸੀ, ਮੈਂ ਹਮੇਸ਼ਾ ਕਹਿੰਦਾ ਕਿ ਟੀਮ ਵਰਕ ਹੈ, ਬਟ ਇਹ ਟ੍ਰੇਨਸ ਰੋਕਣੀਆਂ ਇਹ ਸਾਡੇ ਮੈਂਬਰ ਪਾਰਲੀਮੈਂਟ ਦੇ ਕੰਮ, ਸੈਂਟਰ ਦਾ ਮਹਿਕਮਾ ਹੈ। ਸਾਡੇ ਮੈਂਬਰ ਪਾਰਲੀਮੈਂਟ ਕੌਣ ਹੈ? ਭਗਵੰਤ ਮਾਨ। ਤੇ ਭਗਵੰਤ ਮਾਨ ਸਾਹਿਬ ਨੂੰ ਕਦੇ ਪੁੱਛੋ, ਟ੍ਰੇਨਾਂ ਰੋਕਣੀਆਂ ਤਾਂ ਦੂਰ ਦੀ ਗੱਲ ਹੈ, ਕਦੇ ਸੁਨਾਮ ਦੀ ਗੱਲ ਹੀ ਕੀਤੀ ਹੋਵੇ? ਸਾਡੇ ਸ਼ਹੀਦ ਊਧਮ ਸਿੰਘ, ਸ਼ਹੀਦ ਆਜ਼ਮ, ਸਾਡੇ ਸਾਰਿਆਂ ਦਾ ਸਰਮਾਇਆ, ਉਹਨੂੰ ਕੌਮੀ ਸ਼ਹੀਦ ਬਣਾਉਣ ਵਾਸਤੇ ਕਦੇ ਗੱਲ ਕੀਤੀ ਹੋਵੇ? ਕਾਂਗਰਸ ਵਾਲੇ ਕਹਿੰਦੇ ਮੈਮੋਰੀਅਲ ਤੇ ਅਸੀਂ ਬਣਾਤਾ। ਕਿਹੜਾ ਸੁਨਾਮ ਵਾਲਾ ਮੈਮੋਰੀਅਲ? ਤਾਂ ਜੀ ਜਿੱਦੇ ਜਾਣ ਲੱਗੇ ਸੀ ਉਹਦੇ ਕੀਤਾ ਵੀ ਹੁਣ ਚਲੋ ਲਾਸਟ ਈਅਰ ਹੈ, ਕਰ ਲਈਏ ਕੁਛ ਨਾ ਕੁਛ। ਜਿੰਨੀਆਂ ਪੰਜਾਬ 'ਚ 95% ਯਾਦਗਾਰਾਂ ਬਣੀਆਂ ਨੇ ਸ਼ਹੀਦਾਂ ਦੀਆਂ, ਸਾਡੇ ਸੂਰਮਿਆਂ ਦੀਆਂ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ 'ਚ ਬਣੀਆਂ। ਚਾਹੇ ਉਹ ਘੱਲੂਘਰ ਹੈ, ਚਾਹੇ ਵੱਡਾ ਘੱਲੂਘਰ ਹੈ, ਛੋਟਾ ਘੱਲੂਘਰ ਹੈ, ਚਾਹੇ ਜੰਗੇ ਆਜ਼ਾਦੀ ਹੈ, ਤੁਸੀਂ ਸਾਰੀਆਂ ਚੈੱਕ ਕਰ ਲਓ। ਪੰਜਾਬ ਜਿੰਨੇ ਫੋਕਲ ਪੁਆਇੰਟ ਬਣੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ 'ਚ ਬਣੇ। ਪੰਜਾਬ ਜਿੰਨੀਆਂ ਮੰਡੀਆਂ ਬਣੀਆਂ ਨੇ 95% ਜਿਹੜੀਆਂ ਨੇ ਸਰਦਾਰ ਪ੍ਰਕਾਸ਼ ਸਿੰਘ ਲੌਂਗੋਵਾਲ ਡੈਫੀਨੇਟ ਹੈ। ਪੁਲ ਦੇਖੋ ਇਹ ਬਹੁਤ ਕਿੰਨਾ ਕੁ ਪੁਲ ਹੈ ਜੀ, ਕਿੱਡਾ ਕੁ ਪੁਲ ਹੈ ਲੌਂਗੋਵਾਲ ਦਾ, ਮੈਨੂੰ ਦੱਸੋ। ਪੰਜਾਬ 'ਚ ਐਡੇ ਪੁਲ ਬਣ ਗਏ ਜੀ, ਤੁਸੀਂ ਇੱਕ ਲੌਂਗੋਵਾਲ ਦੇ ਪੁਲ ਨੂੰ ਦੇਖ ਕੇ ਜਾਂਦੇ ਹੋ। ਸੋ ਇੱਥੇ ਇਹ ਬਹੁਤ ਪਤਾ ਨਹੀਂ ਕਿਉਂ ਅਸੀਂ ਸਮਝ ਨਹੀਂ ਰਹੇ ਉਹ ਚੀਜ਼ਾਂ ਨੂੰ।
ਇਹ ਚੀਜ਼ਾਂ ਕੰਮ ਕਰਨਾ ਨਾ ਜ਼ਿੰਮੇਵਾਰੀ ਹੈ। ਲੋਕ ਵੋਟ ਪਾਉਂਦੇ ਨੇ, ਵੋਟ ਕਿਸ ਲਈ ਪਾਉਂਦੇ ਨੇ? ਮੈਨੂੰ ਸੇਵਾਦਾਰ ਲਾਉਣਗੇ ਜਾਂ ਤੁਹਾਨੂੰ ਵੋਟ, ਤੁਸੀਂ ਖੜੇ ਹੋ ਗਏ ਇਲੈਕਸ਼ਨ 'ਚ, ਤੁਹਾਨੂੰ ਵੋਟ ਪਾਈ, ਲੋਕਾਂ ਨੇ ਤੁਹਾਨੂੰ ਚੁਣਨਾ, ਇੱਕ ਜ਼ਿੰਮੇਵਾਰੀ ਸੌਂਪਣੀ ਹੈ ਤੁਹਾਨੂੰ ਕਿ ਲੈ ਭਾਈ ਅੱਜ ਤੋਂ ਬਾਅਦ ਤੂੰ ਜ਼ਿੰਮੇਵਾਰ ਹੈ ਸਾਡੇ ਕੰਮਾਂ ਦਾ, ਤੂੰ ਸੇਵਾਦਾਰ ਹੈ ਸਾਡੇ ਕੰਮਾਂ ਦਾ। ਤੇ ਉਹਦੇ ਕੀ ਨਵਾਂ ਕੰਮ ਕੀ ਹੈ? ਉਹ ਕਰਨਾ ਜ਼ਿੰਮੇਵਾਰੀ ਹੈ ਸਾਡੀ। ਬਟ ਇਹ ਹੈ ਕਿ ਓਵਰਆਲ ਡਿਵੈਲਪਮੈਂਟ ਕੀ ਕਰ ਰਹੇ ਹਾਂ ਅਸੀਂ, ਕੀ ਸਾਡਾ ਪ੍ਰਸ਼ਾਸਨ ਸਹੀ ਹੈ? ਮੈਂ ਇੱਥੇ ਸ਼ਹਿਰ ਦੇ ਵਿੱਚ ਆ ਚੋਰੀਆਂ ਚਕਾਰੀਆਂ ਹੋ ਰਹੀਆਂ ਨੇ, ਗੁੰਡਾਗਰਦੀ ਹੋ ਰਹੀ ਹੈ, ਉਹਨਾਂ ਨੂੰ ਰੋਕ ਸਕਦਾ? ਲੋਕਾਂ ਨੂੰ ਰਿਸ਼ਵਤਖੋਰੀ, ਤਹਿਸੀਲਦਾਰ ਪੈਸੇ ਮੰਗਦਾ ਹੈ, ਐਸਡੀਐਮ ਕੋ ਹੋਰ ਪੈਸੇ ਮੰਗਦੇ ਨੇ, ਅਫਸਰ ਪੈਸੇ ਮੰਗਦੇ ਨੇ, ਕੀ ਉਹਨੂੰ ਰੋਕ ਸਕਦਾ ਮੈਂ? ਇੱਕ ਵਧੀਆ এনवायरमेंट ਦੇ ਰਿਹਾ। ਇਹ ਚੀਜ਼ਾਂ ਨੇ ਓਵਰਆਲ ਡਿਵੈਲਪਮੈਂਟ। ਕੀ ਅਸੀਂ ਚੰਗੀ ਇੰਡਸਟਰੀ ਲੈ ਕੇ ਆ ਰਹੇ ਹਾਂ? ਲੋਕਾਂ ਦੇ ਕੰਮਕਾਰ ਸਹੀ ਚੱਲ ਰਹੇ ਨੇ, ਦੁਕਾਨਦਾਰ ਖੁਸ਼ ਨੇ, ਇਹ ਨੇ ਕੰਮ। ਇਹ ਤਾਂ ਕੰਮ ਸਰਕਾਰ ਦਾ ਪੈਸਾ ਲੋਕਾਂ ਦਾ ਹੈ, ਲੋਕਾਂ ਦਾ ਪੈਸਾ ਪੁਨੀਤ ਜੀ, ਲੋਕਾਂ ਤੇ ਲਾਉਣਾ ਹੈ। ਤੁਸੀਂ ਮੈਨੇਜਰ ਹੋ, ਮਾਲਕ ਥੋੜਾ ਹੋ। ਮੈਨੇਜਰ ਆਪਾਂ ਰੱਖਦੇ ਆ ਨਾ ਵੀ ਲੈ ਵੀ ਤੈਨੂੰ ਮੈਨੇਜ ਕਰਨ ਨੂੰ ਲਾਤਾ, ਹਿਸਾਬ ਤਾਂ ਪੈਸੇ ਮੇਰੇ ਤੇ ਕੰਮ ਸੰਭਾਲੀ ਚੱਲ। ਤੇ ਲੋਕਾਂ ਦਾ ਪੈਸਾ ਸਾਡੇ ਤੋਂ ਸੰਭਾਲਣ ਵਾਸਤੇ ਰੱਖਣਾ ਤੇ ਉਹ ਲਾਉਣਾ ਉਹਨਾਂ ਤੇ। ਜਿਹੜਾ ਸਹੀ ਤਰੀਕੇ ਨਾਲ ਲਾਉਂਦਾ ਹੈ ਉਹਨੂੰ ਅਗਲੇ 5 ਸਾਲ ਦੀ ਐਕਸਟੈਂਸ਼ਨ ਮਿਲ ਜਾਂਦੀ ਹੈ। ਜਿਹੜਾ ਨਹੀਂ ਸਹੀ ਲਾਉਂਦਾ, ਵਿੱਚੋਂ ਖਾਂਦਾ ਪੀਂਦਾ ਤੇ ਕਮਿਸ਼ਨ ਖਾਂਦਾ ਹੈ, ਜਿਵੇਂ ਸਾਡੇ ਵਾਲੇ ਖਾਂਦੇ ਨੇ ਇਹ ਸਿੰਗਲਾ ਸਾਹਿਬ, ਤੇ ਉਵੇਂ ਫਿਰ ਉਹ। ਅੱਛਾ, ਮੁਕਾਬਲੇ ਦੀ ਗੱਲ ਕਰੀਏ, ਸਿੰਗਲਾ ਸਾਹਿਬ ਵੱਡਾ ਚਿਹਰਾ, ਵੱਡਾ ਨਾਂ, ਫਿਰ ਉਸ ਤੋਂ ਬਾਅਦ ਬੀਬੀ ਬੜੀ ਤਿੱਖੀ, ਨਰਿੰਦਰ ਕੌਰ। ਹਾਂ ਠੀਕ ਹੈ ਜੀ, ਮਿਹਨਤ ਕਰਦੀ ਹੈ, ਵਰਕਰ ਹੈ, ਕੋਈ ਗੱਲ ਨਹੀਂ, ਛੋਟੀ ਭੈਣ ਹੈ। ਮੈਂ ਤਾਂ ਕਦੇ ਔਰਤਾਂ ਦਾ ਸਤਿਕਾਰ ਕਰਦਾ ਹਮੇਸ਼ਾ, ਮਾੜਾ ਨਹੀਂ ਕਹੂੰਗਾ। ਬਟ ਇੱਕ ਚੀਜ਼ ਜ਼ਰੂਰ ਹੈ ਕਿ ਜਿਸ ਪਾਰਟੀ ਨਾਲ, ਜਿਸ ਪਾਰਟੀ ਦੇ ਲੀਡਰਾਂ ਨਾਲ ਜੁੜੀ ਹੋਈ ਹੈ, ਉਹ ਉਹਨਾਂ ਦਾ ਵਿਜ਼ਨ ਕੋਈ ਨਹੀਂ ਹੈ। ਇੱਕ ਸੋਚ ਹੈ ਉਹਨਾਂ ਦੀ ਕਿ ਪੰਜਾਬ ਤੇ ਕਬਜ਼ਾ ਕਰਨਾ ਹੈ। ਕੇਜਰੀਵਾਲ ਸਾਹਿਬ ਇੱਥੇ ਕੁਛ ਬਿਆਨ, ਹਰਿਆਣੇ ਕੁਛ ਬਿਆਨ, ਦਿੱਲੀ ਕੁਛ ਬਿਆਨ। ਭਗਵੰਤ ਮਾਨ 8 ਸਾਲਾਂ 'ਚ ਉਂਗਲੀ ਖੜੀ ਕਰਕੇ ਦੱਸਦੇ ਕਿ ਇੱਕ ਮਾਈਲਸਟੋਨ। ਮੈਂ ਤੁਹਾਨੂੰ ਹੁਣੇ ਕਿਹਾ ਕਿ ਮੈਂ ਬੱਸ ਸਟੈਂਡ ਸੰਗਰੂਰ ਜਾਂ PRTC ਦਾ ਅਚੀਵਮੈਂਟ ਹੈ ਮੇਰੀ। ਭਗਵੰਤ ਮਾਨ ਦੀ ਇੱਕ ਅਚੀਵਮੈਂਟ ਗਿਣਾ ਦਿਓ ਵੀ ਇਸ ਇਲਾਕੇ ਨੂੰ ਦਿੱਤੀ ਹੋਵੇ। ਕੀ ਕਹੂਗਾ? ਮੈਂ 5 ਕਰੋੜ ਲੋਕਾਂ ਨੂੰ ਵੰਡਿਆ ਤੇ ਮੈਂ ਵੈਬਸਾਈਟ ਤੇ ਪਾਤਾ। ਸਾਰੇ ਪਾਉਂਦੇ ਨੇ, ਕੋਈ ਨਵੀਂ ਗੱਲ ਥੋੜਾ। ਪੈਸਾ ਸਰਕਾਰ ਦਾ ਹੈ, 1 ਨੰਬਰ 'ਚ ਜਾਣਾ ਹੈ, ਥਰੂ ਚੈੱਕ ਹੋਣਾ ਹੈ। ਉਹ ਕੋਈ ਕੈਸ਼ ਤਾਂ ਕਢਾ ਨਹੀਂ ਸਕਦਾ। ਕੇਜਰੀਵਾਲ ਸਾਹਿਬ ਨੇ 1000 ਰੁਪਏ ਕਿਹਾ ਸੀ ਔਰਤਾਂ ਨੇ, ਤੁਹਾਡੇ ਲਈ ਪ੍ਰਚਾਰ ਕਰਨ ਆਏ ਸੁਖਬੀਰ ਬਾਦਲ ਸਾਹਿਬ, ਉਹਨਾਂ ਨੇ 2000 ਕਹਿਤਾ। ਨਹੀਂ, ਅਸੀਂ ਤਾਂ ਪਹਿਲਾਂ ਵੀ ਕੀਤਾ, 2000 ਕਹਿਤਾ, ਫਿਰ ਉਸ ਤੋਂ ਬਾਅਦ ਉਹਨਾਂ ਨੇ ਬਿਜਲੀ ਯੂਨਿਟ ਵੀ ਕਹਿਤੇ। ਮਤਲਬ ਅਸੀਂ ਤੇ ਬਿਜਲੀ ਯੂਨਿਟ ਵਰਸਸ ਵੇਖਦੇ ਰਹੀਏ ਤੇ ਅਸੀਂ ਦੇਖਦੇ ਰਹੀਏ, ਇਧਰੋਂ 1000 ਆਣਾ, ਇਧਰੋਂ 2000 ਆਉਣਾ। ਚਲੋ ਜੇ ਆਏਗਾ ਤੇ ਵੋਟਰ ਵਾਸਤੇ ਤੇ ਵਧੀਆ ਹੀ ਹੈ, ਪਰ ਇਹ ਤੁਹਾਨੂੰ ਲੱਗਦਾ ਨਹੀਂ ਹੈ ਕਿ ਇਹ ਜ਼ਿਆਦਾ ਹੀ ਕੁਝ ਫ੍ਰੀਬੀਜ਼ ਵੰਡ ਰਹੇ ਹੈਗੇ? ਨਹੀਂ, ਦੇਖੋ BPL ਪਰਿਵਾਰਾਂ ਲਈ, ਜਿਹੜਾ ਅਸੀਂ ਲੋ ਪਾਵਰਟੀ ਲਾਈਨ ਵਾਲੇ ਪਰਿਵਾਰਾਂ ਲਈ ਅਸੀਂ ਹਮੇਸ਼ਾ 2000 ਰੁਪਏ ਉਹ ਬੀਬੀਆਂ ਲਈ ਕਿਹਾ। ਸੱਚ ਜਾਣਿਓ, ਮੈਂ ਇੱਥੇ ਇੱਕ ਪਿੰਡ ਗਿਆ, ਮੇਰੇ ਕੋਲ ਵੀਡੀਓ ਵੀ ਹੋਊਗੀ ਉਹਦੀ, ਸ਼ਾਇਦ ਪਈ ਹੋਵੇ। ਇੱਕ ਬੀਬੀ ਪਈ ਹੈ, ਉਹਦੇ ਹਰਨੀਆਂ ਹੋਈਆਂ ਨੇ, ਉਹਦੇ ਕੋਲੇ ਨਾ ਆਪਰੇਸ਼ਨ ਕਰਾਉਣ ਨੂੰ ਪੈਸੇ ਨਹੀਂ ਹੈ। ਤੇ ਮੈਂ ਉਹਨੂੰ ਪੁੱਛਿਆ, ਉਹ ਕਹਿੰਦੇ ਜੀ ਇਹਦੇ ਆਪਰੇਸ਼ਨ ਕਰਾਉਣ ਨੂੰ ਪੈਸੇ ਨਹੀਂ ਸੀ, ਪਰਿਵਾਰ 'ਚ ਕਮਾਉਣ ਵਾਲਾ ਕੋਈ ਨਹੀਂ ਹੈ, ਤੇ ਹਰਨੀਆਂ ਕਰਕੇ ਇਨਫੈਕਸ਼ਨ ਹੋ ਗਈ ਉਹਦੇ ਪੇਟ 'ਚ, ਤਾਂ ਬੀਬੀ ਕੋਲ ਦਵਾਈ ਲੈਣ ਨੂੰ ਪੈਸੇ ਨਹੀਂ ਸੀ। ਚਲੋ ਮੈਂ ਜੋ ਮਦਦ ਕਰ ਸਕੇ ਕਰਨੀ ਆਪਣੀ ਜ਼ਿੰਮੇਵਾਰੀ ਹੈ। ਬਟ ਜਦੋਂ ਇਹੋ ਜਿਹੇ ਹਾਲਾਤ ਹੋਣ, ਕਿ ਉਹਨਾਂ ਪਰਿਵਾਰਾਂ ਨੂੰ ਚਾਹੀਦੀ ਨਹੀਂ ਮਦਦ ਸਰਕਾਰ ਦੀ? ਇੱਕ ਬੰਦਾ, ਮੰਨ ਲਓ ਮੈਂ ਕੋਈ ਸਰਕਾਰ ਨੂੰ 5 ਲੱਖ 10 ਲੱਖ ਟੈਕਸ ਦੇਣਾ, ਤਾਂ ਟੈਕਸ ਦਾ ਪੈਸਾ ਜਿੱਥੇ ਡਿਵੈਲਪਮੈਂਟ ਤੇ ਇਹਨਾਂ ਲੋਕਾਂ ਨੂੰ ਵੀ ਚਾਹੀਦਾ। ਗਰੀਬੀ ਅਮੀਰੀ ਜਿਹੜੀ ਹੈ ਨਾ, ਇਹ ਕਰਮਾਂ ਦੀ ਹੈ। ਰਾਜੇ ਤੋਂ ਰੰਕ ਤੋਂ ਰਾਜਾ ਪਤਾ ਨਹੀਂ ਕਦੋਂ ਬਣਦਾ ਬੰਦਾ, ਪਰ ਇਹ ਮੌਕਾ ਨਾ ਦੇਵੇ। ਹਾਂ, ਮੈਂ ਇੱਥੇ ਇੱਕ ਸਵਾਲ ਜ਼ਰੂਰ ਹੈ, ਮੈਂ ਲੋਕਾਂ ਨੂੰ ਵੀ ਕਹਿਣਾ ਹੁੰਦਾ ਤੇ ਮੈਂ ਇੱਥੇ TV ਤੇ ਵੀ ਕਹਿਣਾ ਕਿ ਜਿਹਦਾ ਹੱਕ ਬਣਦਾ ਉਹਨੂੰ ਮਿਲਣਾ ਚਾਹੀਦਾ। ਸਾਡੇ ਪ੍ਰੋਬਲਮ ਕੀ ਹੈ, ਕਈ ਵਾਰੀ ਚਹੇਤੇ ਹੁੰਦੇ ਨੇ, ਕਹਾਵਤ ਹੈ ਨਾ ਕਿ ਅੰਨਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਦੇਵੇ। ਉਹ ਸਾਡੇ ਇੱਥੇ ਹੀ ਹੋ ਰਿਹਾ ਹੈ ਕਿ ਜਿਹੜਾ ਆ ਮੇਰਾ, ਆ ਮੇਰਾ, ਆ ਮੇਰਾ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਸੋ ਇਹ ਜਿਹੜੇ ਵੰਡਣੇ ਨੇ, ਅੱਜ ਬਿਜਲੀ ਬਹੁਤ ਵੱਡਾ ਮੁੱਦਾ ਹੈ ਸਭ ਦਾ, ਅਨਡਾਊਟਲੀ ਸਸਤੀ ਵੀ ਚਾਹੀਦੀ ਹੈ। ਜਿਹੜੇ ਸਮਝੌਤੇ ਕੀਤੇ ਸੀ, ਹਾਂ, ਨਹੀਂ ਮੇਰੇ ਸਮਝੌਤੇ ਸਹੀ ਨੇ, ਤੁਸੀਂ ਇੱਕ ਪ੍ਰੂਵ ਕਰ ਦਿਓ, ਫਿਰ ਰੱਦ ਹੋ ਗਏ। ਜੇ ਗਲਤ ਕੀਤੇ ਸੀ, ਰੱਦ ਕੀਤੇ ਕੋਈ ਨਹੀਂ? ਰੱਦ ਤੇ ਉਹ ਕਹਿੰਦੇ ਆ ਨਾ ਕਿ ਵੀ ਹੁਣ ਹੋ ਨਹੀਂ ਸਕਦੇ, ਉਹਦੇ ਅੰਦਰ ਲੀਗੈਲਿਟੀਜ਼ ਬੋਲਦੇ ਕਿਉਂ ਨੇ? ਲੀਗੈਲਿਟੀਜ਼ ਕਹਿੰਦੇ ਇਸ ਕਦਰ ਹੈ ਉਸਦੇ ਅੰਦਰ ਕਿ ਉਹ ਰੱਦ ਹੋ ਹੀ ਨਹੀਂ ਸਕਦੇ ਹੈਗੇ। ਫਿਰ ਇਟ ਮੀਨਸ ਉਹ ਸਰਕਾਰ ਚਲਾਉਣ ਦੇ ਕਾਬਿਲ ਨਹੀਂ, ਲੀਡਰ ਬਣਨ ਦੇ ਕਾਬਿਲ ਨਹੀਂ। ਤੁਸੀਂ ਬਿਆਨ ਦੇ ਰਹੇ ਹੋ, ਮੈਂ ਕੋਈ ਬਿਆਨ ਦੇ ਰਿਹਾ, ਜੇ ਮੈਨੂੰ ਪਤਾ ਹੀ ਨਹੀਂ ਚੀਜ਼ ਦਾ, ਫਿਰ ਮੈਂ ਬਿਆਨ ਕਿਉਂ ਦੇ ਰਿਹਾ? ਤੁਹਾਨੂੰ ਪਤਾ ਹੈ ਕਿ ਤੁਸੀਂ ਨਹੀਂ ਮੰਨਦੇ ਕਿ ਉਹ ਸਮਝੌਤੇ ਗਲਤ ਸੀ? ਨਹੀਂ ਬਿਲਕੁਲ ਨਹੀਂ। ਮੇਰੀ ਸੁਣੋ, 2 ਰੁਪਏ 90 ਪੈਸੇ ਦਾ ਸਮਝੌਤਾ ਹੋਇਆ, ਕਿਵੇਂ ਗਲਤ ਹੈ ਜੀ ਉਹ ਮੇਰੀ? ਅੱਛਾ, ਹੋਰ ਸੁਣੋ, ਫਿਰ ਜੇ ਐਡੇ ਇਹਨਾਂ ਨੂੰ ਲੱਗਦੇ ਸੀ ਲੀਗਲਿਟੀਜ਼, ਹੁਣ ਇਹ ਬਹਾਨਾ ਹੈ। ਬਹਾਨੇ ਜਿੰਨੇ ਮਰਜ਼ੀ ਬਣਾ ਲਓ। ਮੈਂ ਪਹਿਲਾਂ ਕਿਹਾ ਕਿ ਬਦਨਾਮੀ, ਸਿਆਸਤ ਕੀ ਹੈ, ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ। ਬਦਨਾਮੀ ਦੇਣੀ ਹੈ ਕਿ ਇਹਨੂੰ ਬਦਨਾਮ ਕਰ ਦਿਓ ਇੰਨਾ ਕਿ ਲੋਕ ਇੱਕ ਝੂਠ ਨੂੰ 100 ਵਾਰ ਬੋਲੋਗੇ, ਲੱਗਣ ਲੱਗ ਜੂ ਵੀ ਸ਼ਾਇਦ ਯਾਰ ਕਿਤੇ ਸੱਚ ਹੋਵੇ। ਉਹਨਾਂ ਨੇ ਕੱਢੇ, ਉਹਨਾਂ ਨੇ ਕਿਹਾ ਕਿ 2 ਰੁਪਏ 90 ਪੈਸੇ, 11 ਰੁਪਏ ਯੂਨਿਟ ਲੈਂਦੇ ਰਹੇ ਨੇ, ਫਿਰ ਆਪਦੇ ਲਾ ਲਾਂਦੇ। ਚਲੋ ਅਸੀਂ ਕਿਹਾ ਕਿ ਅਸੀਂ ਮਾੜੇ ਕਰ ਲਏ, ਤੁਸੀਂ ਕਹਿੰਦੇ ਹੋ, ਫਿਰ ਤੁਸੀਂ ਕੀ ਲਾਇਆ 50 ਸਾਲਾਂ 'ਚ? ਇੱਕ ਥਰਮਲ ਦੱਸ ਦਿਓ ਜਿਹੜਾ ਲਾਇਆ ਹੋਵੇ। ਸਰਕਾਰੀ ਨਹੀਂ ਚਾਲੂ ਕੀਤੇ, ਬਠਿੰਡੇ ਵਾਲਾ ਬੰਦ ਕਰਾਤਾ। ਕੋਈ ਕੀਤਾ ਤਾਂ ਹੋਵੇ ਨਾ। ਉਹ ਕਹਿੰਦਾ ਕਿ ਮੈਨੂੰ ਹੁਣ ਭਗਵੰਤ ਮਾਨ ਦੀ ਗੱਲ ਕਰਦੇ ਨੇ, ਇਮਾਨ ਕੁਛ ਨਹੀਂ ਜੀ, ਉਹਦਾ ਤਾਂ ਕੋਈ ਗਲਤੀ ਕੋਈ ਨਹੀਂ। ਗਲਤੀ ਤਾਂ ਹੋਊ ਜੇ ਕੁਛ ਕਰੂਗਾ।
ਜਦੋਂ ਆਪਾਂ ਪਰਿਵਾਰ 'ਚ ਹਾਂ, ਜਦੋਂ ਕੋਈ ਕੰਮ ਕਰਦੇ ਹਾਂ, ਜਦੋਂ ਅਸੀਂ ਕੰਮ ਕਰਾਂਗੇ ਗਲਤੀ ਤਾਂ ਫੇਰ ਹੀ ਹੋਊਗੀ ਨਾ। ਆਪਾਂ ਡਰਾਈਵ ਕਰਦੇ ਹਾਂ ਗੱਡੀ, ਐਕਸੀਡੈਂਟ ਤਾਂ ਹੁੰਦਾ ਵੀ ਗਲਤੀ ਹੁੰਦੀ ਹੈ, ਤੇ ਜਦੋਂ ਅਸੀਂ ਗੱਡੀਆਂ ਨਹੀਂ ਚਲਾਉਣੀ ਤਾਂ ਐਕਸੀਡੈਂਟ ਹੋਣੇ ਹੀ ਨਹੀਂ। ਸੋ ਭਗਵੰਤ ਮਾਨ ਹੋਰੀ ਉਹ ਕੈਟਾਗਰੀ ਦੇ ਬੰਦੇ ਨੇ, ਜਾਂ ਸਰਕਾਰਾਂ ਚੰਨੀ ਸਾਹਿਬ ਐਲਾਨ ਕਰ ਗਏ, ਸਰਦਾਰ ਐਲਾਨਜੀਤ ਸਿੰਘ ਚੰਨੀ, ਮੈਂ ਪਹਿਲਾਂ ਕਿਹਾ ਕਿ ਉਹਨਾਂ ਨੇ ਐਲਾਨ ਕੀਤੇ 36000 ਮੁਲਾਜ਼ਮ ਪੱਕੇ, 36 ਵੀ ਹੋਏ ਨੇ, ਨਹੀਂ ਹੋਏ, ਨੋਟੀਫਿਕੇਸ਼ਨ ਦਿਖਾਓ ਕਿੱਥੇ ਨੇ। ਆ ਹੁਣ ਸਾਡੇ ਇੱਥੇ ਅੱਜ ਹੀ ਪਤਾ ਲੱਗਾ ਸਿੰਗਲਾ ਸਾਹਿਬ ਨੇ ਨਾ ਸੁੰਦਰ ਬਸਤੀ ਦਾ ਨਾਮ ਸੁੰਦਰ ਐਨਕਲੇਵ, ਅਜੀਤ ਬਸਤੀ ਦਾ ਨਾਮ ਅਜੀਤ ਐਨਕਲੇਵ ਰੱਖਤਾ, ਉਹਦੀ ਨੋਟੀਫਿਕੇਸ਼ਨ ਇੱਕ ਉਹ ਅੰਦਰ ਤਾਂ ਕੁਝ ਕਰ ਦੋ, ਐਨਕਲੇਵ ਤਾਂ ਫੇਰ ਬਣੂਗਾ, ਪਹਿਲਾਂ ਕੁਝ ਅੰਦਰ ਜੋਗਾ ਹੋਵੇ ਤਾਂ ਸੀ ਨਾ ਐਨਕਲੇਵ ਜੋਗਾ। ਅੱਛਾ, ਤੁਹਾਨੂੰ ਮੈਂ ਕੁਝ ਹਵਾਵਾਂ ਦੀ ਗੱਲ ਦੱਸਦੀ ਹਾਂ, ਵੈਸੇ ਤੁਹਾਨੂੰ ਪਤਾ ਹੀ ਹੋਣਾ, ਤੁਸੀਂ ਸਾਰਾ ਦਿਨ ਵਿਚਰਦੇ ਹੋ। ਸੋ ਹਵਾਵਾਂ 'ਚ ਸਿਆਸਤ ਇਸ ਕਦਰ ਹੈ, ਕਹਿ ਰਹੇ ਆ ਕਿ ਬਈ ਭਾਜਪਾ ਤੇ ਅਕਾਲੀ ਦਲ ਮੁੜ ਤੋਂ ਇਕੱਠੇ ਹੋਣਗੇ, ਉਹ ਲੋੜ ਪੈਣ ਵਾਲੀ ਹੈ। ਨਹੀਂ, ਲੋੜ ਕੀ ਪੈਣੀ ਹੈ ਜੇ ਅਸੀਂ ਤਾਂ ਵੱਖ ਹੋ ਗਏ। ਸਾਡੇ ਪਾਰਟੀ ਪ੍ਰਧਾਨ ਸਾਹਿਬ ਦਾ ਨਹੀਂ, ਇਹ ਬਿਆਨ ਆ ਗੱਲ ਗਿਆ, ਪੱਕੀ ਹੈ, ਤੁਸੀਂ ਰਿਟਨ 'ਚ ਦੇ ਸਕਦੇ ਹੋ ਕਿ ਇਹ ਗੱਠਜੋੜ ਹੁਣ ਦੁਬਾਰਾ ਨਹੀਂ ਹੋਣਾ। ਨਹੀਂ, ਸਾਡੇ ਪਾਰਟੀ ਪ੍ਰਧਾਨ ਦਾ ਬਿਆਨ ਹੈ ਜੀ, ਉਹਦੇ 'ਚ ਮੇਰਾ ਤਾਂ, ਮੈਂ ਤਾਂ ਇੱਕ ਇੱਥੇ ਹਲਕੇ ਤੇ ਆ, ਮੈਂ ਤਾਂ ਸੰਗਰੂਰ ਹਲਕੇ 'ਚ ਆ। ਸੁਖਬੀਰ ਸਿੰਘ ਬਾਦਲ ਤੁਹਾਡੇ ਬੜੇ ਨਜ਼ਦੀਕੀ ਆ। ਮੈਂ ਬਿਲਕੁਲ ਅਨਡਾਊਟਲੀ ਮੇਰੇ ਵੱਡੇ ਨੇ, ਤੁਸੀਂ ਦੱਸ ਸਕਦੇ ਹੋ, ਬਿਆਨ ਦੇ ਸਕਦੇ ਹੋ। ਨਹੀਂ, ਮੈਂ ਬਿਆਨ ਦਿੱਤਾ, ਮੈਂ ਸਪੋਕਸਪਰਸਨ ਨਹੀਂ ਆ ਪਾਰਟੀ ਦਾ, ਨਹੀਂ ਹੋਊਗਾ ਗੱਠਜੋੜ, ਅਨਡਾਊਟਲੀ ਕਹਿ ਚੁੱਕੇ। ਜਦੋਂ ਪਾਰਟੀ ਪ੍ਰਧਾਨ ਦਾ ਫੈਸਲਾ ਆ ਗਿਆ ਤਾਂ ਨਹੀਂ ਹੋਊਗਾ ਤਾਂ ਨਹੀਂ ਹੋਊਗਾ। ਕੱਲ ਨੂੰ ਬਾਦਲ ਸਾਹਿਬ ਕਹਿ ਦੇਣ ਤਾਂ ਲੋੜ ਪਈ ਤੇ ਚਲੋ ਇਹ ਤੇ ਆਪਣੀ ਸੀ। ਸੁਖਬੀਰ ਸਿੰਘ ਬਾਦਲ ਜਿਹੜੇ ਨੇ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਗੱਲ ਕਰ ਰਹੀ ਹੈ, ਇਹ ਆਪਣੇ ਸੀ। ਮੋਦੀ ਸਾਹਿਬ ਫੋਨ ਕਰਦੇ ਆ, ਉਹਨਾਂ ਦਾ ਹਾਲ ਚਾਲ ਪੁੱਛਦੇ ਆ ਜਦੋਂ ਠੀਕ ਨਹੀਂ ਹੁੰਦੇ। ਇਹ ਜੈਸਚਰ ਹੋਣਾ ਚਾਹੀਦਾ ਹੈ। ਨਹੀਂ, ਇਹ ਜੈਸਚਰ ਠੀਕ ਹੈ, ਬਹੁਤ ਸੋਹਣਾ ਜੈਸਚਰ ਹੈ, ਮੈਂ ਮੰਨਦੀ ਹਾਂ। ਰਾਜਨੀਤੀ ਸੋਚ ਤੇ ਵਿਚਾਰ ਦੀ ਲੜਾਈ ਹੈ, ਨਿੱਜੀ ਨਹੀਂ ਕਰਨੀ ਚਾਹੀਦੀ। ਨਹੀਂ ਹੋਣਾ ਗੱਠਜੋੜ, ਨਹੀਂ ਗੱਠਜੋੜ ਕਿਉਂ ਹੋਊਗਾ? ਅਸੀਂ ਤਾਂ ਪਹਿਲਾਂ ਕਿਹਾ ਸੁਖਬੀਰ ਜੀ ਦਾ ਬਿਆਨ ਮਤਲਬ ਫਾਈਨਲ ਸਾਡੇ ਲਈ, ਡਨ, ਨੋ ਸੈਕੰਡ ਚੁਆਇਸ, ਨੋ ਸੈਕੰਡ ਆਪਸ਼ਨ। ਪਾਰਟੀ ਪ੍ਰਧਾਨ ਨੇ, ਪਾਰਟੀ ਪ੍ਰਧਾਨ ਦਾ ਫੈਸਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੀ ਮੰਨਦੇ ਨੇ। ਸੋ ਪਾਰਟੀ ਦਾ ਫੈਸਲਾ, ਕੋਰ ਕਮੇਟੀ ਦਾ ਫੈਸਲਾ, ਗੱਲ ਕੋਈ ਨਹੀਂ ਹੋਊਗਾ। ਐਨਆਰਆਈ ਸਪੋਰਟਰਸ ਹੈਗੇ ਤੁਹਾਡੇ, ਪਿਆਰ ਕਰਦੇ ਨੇ ਕਾਫੀ ਮੈਨੂੰ, ਉਹਨਾਂ ਵਾਸਤੇ ਵੀ ਇੱਕ ਮੈਸੇਜ ਦੇ ਦਿਓ ਜੀ, ਇੰਡੀਆ 'ਚ ਤੇ ਲੋਕ ਸੁਣੇ। ਦੇਖੋ, ਮੈਂ ਨਾ ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਬਹੁਤ ਸਾਰੇ ਸੱਜਣ ਨੇ ਮੇਰੇ, ਬਹੁਤ ਪਿਆਰ ਕਰਨ ਵਾਲੇ ਨੇ। ਦੁਨੀਆ 'ਚ ਮੈਂ ਇੱਕ ਚੀਜ਼ ਕਹਿਣਾ ਕਿ ਵਸਦੇ ਰਹੋ, ਚੰਗੇ ਰਹੋ, ਪਰ ਇੱਕ ਚੀਜ਼ ਹੈ, ਅਫਵਾਹਾਂ ਤੇ ਵਿਸ਼ਵਾਸ ਨਾ ਕਰੋ। ਪੰਜਾਬ ਲਈ ਮੈਂ ਮੰਨਦਾ, ਕਿਉਂਕਿ ਜਦੋਂ ਬੰਦਾ ਨਾ ਇੱਥੋਂ ਜਹਾਜ਼ ਚੜ੍ਹਦਾ ਹੈ ਤਾਂ ਉਦੋਂ ਉੱਥੇ ਪਹੁੰਚਦਾ ਹੈ ਤਾਂ ਉਦੋਂ ਯਾਦ ਜਿਹੜੀ ਹੈ, ਕਿਤੇ ਵੀ ਰਹੀਏ ਆਪਾਂ, ਜਿੱਥੇ ਜੰਮੇ ਪਲੇ ਹੁੰਦੇ ਆ, ਉਹਦੀ ਉਸ ਮਿੱਟੀ ਦੀ, ਉਹ ਘਰ ਦੀ, ਉਹ ਪਰਿਵਾਰ ਦੀ ਜਿਹੜਾ ਮੋਹ ਹੈ ਨਾ, ਉਹ ਨਹੀਂ ਟੁੱਟ ਸਕਦਾ। ਮੋਹ ਦੀਆਂ ਤੰਦਾਂ 'ਚ ਬੰਨੇ ਹੋਏ ਲੋਕ ਆ ਅਸੀਂ, ਆਮ ਆ ਨਾ। ਤੇ ਬਟ ਇਹ ਹੈ ਕਿ ਜਦੋਂ ਕਿਤੇ ਪੰਜਾਬ ਦੀ ਗੱਲ ਹੁੰਦੀ ਹੈ, ਤੱਥ ਜਾਣਿਆ ਕਰੋ, ਬੰਦਾ ਦੇਖੋ, ਸਟੇਬਿਲਿਟੀ ਦੇਖੋ, ਉਹ ਤੋਂ ਬਾਅਦ ਆਪਾਂ ਉੱਥੇ ਸਾਨੂੰ ਬਿਆਨ ਕਰਨਾ ਚਾਹੀਦਾ। ਸਾਫ਼ ਸੁਥਰਾ, ਜਦੋਂ ਅਸੀਂ ਏਡੇ ਏਡੇ ਮੁਲਕਾਂ 'ਚ ਰਹਿ ਰਹੇ ਹਾਂ, ਜਿਹੜੇ ਡਿਵੈਲਪਡ ਕੰਟਰੀ ਨੇ, ਤੇ ਉਹਨਾਂ ਦੇ ਵਿੱਚ ਰਹਿ ਕੇ ਤੇ ਸਾਨੂੰ ਸਾਡੀ ਬੋਲੀ, ਭਾਸ਼ਾ, ਤਹਿਜ਼ੀਬ, ਸਤਿਕਾਰ ਜਿਹੜਾ ਹੈ ਉਹ ਬਰਕਰਾਰ ਰੱਖਣਾ ਚਾਹੀਦਾ, ਤਾਂ ਕਿ ਅਸੀਂ ਇੱਕ ਦੂਜੇ ਦੇ ਪਿਆਰ 'ਚ ਬਣ ਕੇ ਰਹੀਏ ਤੇ ਸਤਿਕਾਰ ਬਣਿਆ ਰਹੇ। ਇੱਥੇ ਜਦੋਂ ਆਉਂਦੇ ਹੋ ਤਾਂ ਇੱਥੇ ਜੇ ਕੋਈ ਵੀ ਗੱਲ ਲੱਗਦੀ ਹੈ ਨਾ, ਉਹਨਾਂ ਨੂੰ ਮੈਂ ਕਹਿਣਾ ਕਿ ਇੱਥੇ ਆ ਕੇ ਦੇਖੋ, ਇੱਥੇ ਆ ਕੇ ਦੇਖੋ। ਕੰਮ ਕਰਨ ਲਈ ਜਦੋਂ ਤੁਸੀਂ ਵੜਦੇ ਹੋ, ਚਿੱਕੜ ਸਾਫ਼ ਕਰਨਾ ਤਾਂ ਫਿਰ ਚਿੱਕੜ 'ਚ ਵੜਨਾ ਹੀ ਪੈਂਦਾ ਵੀਰੋ। ਤਾਂ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਜਦੋਂ ਵੀ ਕਿਤੇ ਤੁਸੀਂ ਕੁਝ ਕਹੋ, ਸਾਰਥਿਕ ਤਰੀਕੇ ਨਾਲ ਰਾਜਨੀਤੀ, ਸਾਰਥਿਕ ਤਰੀਕੇ ਨਾਲ ਬਹਿਸ। ਹੁਣ ਆਪਾਂ ਦੇਖੋ, ਤੁਹਾਡਾ ਚੱਲੂਗਾ ਨਾ, ਇਹਦੇ ਥੱਲੇ ਦੇਖੋ, ਦੇਖਣਾ ਨਹੀਂ ਉਹਨਾਂ ਦੇਖਣਾ ਵੀ ਅਕਾਲੀ ਦਲ ਵਾਲਾ ਬੰਦਾ ਬੈਠਾ, ਚੱਕ ਬਸ ਕਮੈਂਟ ਤੇ ਕਮੈਂਟ, ਕਮੈਂਟ ਤੇ ਕਿਉਂ? ਉਹਨੇ ਇਹ ਆਦਤ ਹੈ ਕਈ ਬੰਦਿਆਂ ਦਾ, ਇਹ ਬਹੁਤ ਲੋਕ ਤੁਹਾਡਾ ਵੀ ਤੇ ਆਈਟੀ ਤੰਤਰ ਬਥੇਰਾ ਸਟਰੋਂਗ ਸਾਰੇ ਨੇ। ਮੈਂ ਹਰ ਇੱਕ ਨੂੰ ਕਹਿਣਾ, ਮੈਂ ਹਰ ਇੱਕ ਨੂੰ ਕਹਿਣਾ, ਤੁਹਾਡੇ ਬੰਦੇ ਨਹੀਂ ਰੱਖੇ ਹੋਏ ਗਾਲਾਂ ਕੱਢਣ ਵਾਲੇ? ਮੈਂ ਨਹੀਂ ਇਹੋ ਜਿਹੇ ਕੰਮ ਨਹੀਂ ਕਰਦਾ ਜੀ। ਨਹੀਂ, ਤੁਸੀਂ ਨਹੀਂ, ਬਾਕੀ ਹੋਰ ਵੀ ਹੈਗੇ। ਨਹੀਂ, ਮੈਨੂੰ ਨਹੀਂ ਪਤਾ ਜੀ। ਮੇਰਾ ਇੱਕ ਚੀਜ਼ ਹੈ, ਮੈਂ ਆਪਣੇ ਜਿੰਨੇ ਵੀ ਮੇਰੇ ਨਾਲ ਕੋਈ ਆਈਟੀ ਮੇਰਾ ਚਲਾਉਂਦਾ, ਮੈਂ ਉਹਨਾਂ ਨੂੰ ਕਿਹਾ ਕਮੈਂਟ ਹੋਣਾ ਚਾਹੀਦਾ ਸਾਰਥਿਕ, ਬਹਿਸ ਹੋਣੀ ਚਾਹੀਦੀ ਹੈ ਸਾਰਥਿਕ, ਜਿੱਤੇ ਤੁਸੀਂ ਗੱਲ ਕਰੋ। ਪਿੱਛੇ ਵਾਇਰ ਦੀ ਰਿਪੋਰਟ ਆਈ ਸੀ, ਕਹਿੰਦੇ ਬੀਜੇਪੀ ਵਾਲਿਆਂ ਨੇ ਸਪੈਸ਼ਲੀ ਗਾਲਾਂ ਕੱਢਣ ਵਾਲੇ ਬੰਦੇ ਜਿਹੜੇ ਆ ਉਹ ਰੱਖੇ ਹੋਏ ਹੈਗੇ। ਇਹ ਰਿਪੋਰਟ ਆਈ ਸੀ, ਬਾਕੀ ਕਿੰਨਾ ਸੱਚ ਹੈ ਸਾਨੂੰ ਨਹੀਂ ਪਤਾ। ਮੈਂ ਪਹਿਲਾਂ ਵੀ ਬੋਲਿਆ, ਭਾਸ਼ਾ, ਤਹਿਜ਼ੀਬ ਤੇ ਸਤਿਕਾਰ ਜੇ ਕਿਸੇ ਨੇ ਖਤਮ ਕੀਤਾ ਨਾ, ਤਾਂ ਸਭ ਤੋਂ ਵੱਧ ਯੋਗਦਾਨ ਆਮ ਆਦਮੀ ਪਾਰਟੀ ਦਾ। 2014 ਲੋਕਾਂ 'ਚ ਵਿਚਰਨ ਦਾ ਵੀ ਉਹਨਾਂ ਨੇ ਜਿਹੜਾ ਟ੍ਰੈਂਡ ਸ਼ੁਰੂ ਕੀਤਾ। ਨਹੀਂ, ਲੋਕਾਂ 'ਚ ਵਿਚਰਨ ਦਾ ਤਾਂ ਅਕਾਲੀ ਦਲ ਤਾਂ ਪਹਿਲੇ ਪਿੰਡਾਂ ਦੇ ਵਿੱਚੋਂ ਆ ਜੀ, ਪਰ ਰੀਚ ਜਿਹੜੀ ਹੈ ਕਹਿੰਦੇ ਬਹੁਤ। ਨਹੀਂ, ਰੀਚ ਕੀ ਆ, ਅਪੋਰਚੁਨਿਸਟ ਲੋਕ ਨੇ। 56 ਸੀਟਾਂ ਦਿੱਤੀਆਂ ਇਹਨਾਂ ਨੇ, ਉਹਨਾਂ ਲੋਕਾਂ ਨੂੰ ਦਿੱਤੀਆਂ ਜਿਹੜੇ ਦੂਜੀਆਂ ਪਾਰਟੀਆਂ 'ਚੋਂ ਆਏ ਨੇ, ਜਿਨ੍ਹਾਂ ਨੂੰ ਦੂਜੇ ਪਾਸੇ ਟਿਕਟ ਨਹੀਂ ਮਿਲੀ। ਤੁਹਾਡੇ ਤੇ ਆਪਣੇ ਜਾ ਕੇ ਕਦੀ ਵਾਪਸ ਆਉਂਦੇ ਆ, ਕਦੀ ਮੈਂ ਉਹੀ ਕਹਿ ਰਿਹਾ, ਉਹ ਇੱਕ ਅਲੱਗ ਇਸ਼ੂ ਆ। ਮੈਂ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਜਦੋਂ ਕਹਿੰਦਾ, ਕਿੱਥੇ ਗਿਆ ਭਗਵੰਤ ਮਾਨ ਦਾ ਉਹ ਜਿਹੜਾ ਜੀਤ ਪੈਂਚਰਾਂ ਵਾਲੇ ਤੇ ਧਰਮਾ ਚੱਕੀ ਵਾਲਾ, ਕਿੱਥੇ ਨੇ ਉਹ? ਮਸਲਾ ਇਹ ਨਹੀਂ ਹੈ, ਮਸਲਾ ਇੱਥੇ ਹੁਣ ਇਹਨਾਂ ਦੇ ਐਮਐਲਏ ਜਿਹੜੇ ਨੂੰ ਇਹ ਟਿਕਟ ਦਿੱਤੀ, ਉਹ ਟਿਕਟ ਵਾਪਸ ਕਰ ਜਾਂਦੇ ਨੇ ਵੀ ਮੇਰੇ ਤੋਂ 2 ਕਰੋੜ ਮੰਗਦੇ ਨੇ, ਤੇ ਫਿਰ ਕੀ ਵਜੂਦ ਹੈ? ਪੰਜਾਬ 'ਚ ਕਿੱਡੇ ਕਿੱਡੇ ਲੀਡਰ ਹੋ ਕੇ, ਸੋਚਾ ਸਿੰਘ ਛੋਟੇਪੁਰ ਹੋਏ, ਗਾਂਧੀ ਸਾਹਿਬ ਹੋਏ, ਜਿਨ੍ਹਾਂ ਤੇ ਇਲਜ਼ਾਮ ਨਹੀਂ ਹੈ ਕਦੇ, ਠੀਕ ਹੈ, ਖਾਲਸਾ ਜੀ ਹੋਏ, ਹੋਰ ਹੋਏ, ਸਾਰੇ ਭੱਜ ਗਏ। ਕੋਈ ਬਹੁਤ ਸਾਰੇ ਲੋਕ ਲੱਭਦੇ ਨਹੀਂ, ਹਿੰਮਤ ਸਿੰਘ ਸ਼ੇਰਗਿੱਲ ਪਤਾ ਨਹੀਂ ਪਤਾ ਨਹੀਂ ਕਿੱਥੇ ਗਏ। 4 MP ਜਿੱਤੇ, 3 ਭੱਜ ਗਏ। 20 MLA ਜਿੱਤੇ, 12 ਭੱਜ ਗਏ। 14 MC ਜਿੱਤੇ ਚੰਡੀਗੜ੍ਹ ਦੇ, 14 ਭੱਜ ਗਏ।
ਪਰ ਤੁਹਾਡੇ ਸਾਹਮਣੇ ਵੀ ਸੰਯੁਕਤ ਆ ਕੇ ਖੜਿਆ ਹੋਇਆ, ਇਹ ਤੇ ਹਰ ਕਿਤੇ ਹੋਈ ਨਹੀਂ ਦੇਖੋ ਸੰਯੁਕਤ ਦੇ ਵਿੱਚ ਢੀਂਡਸਾ ਸਾਹਿਬ ਗਏ। ਢੀਂਡਸਾ ਸਾਹਿਬ ਜੇ ਇੱਥੇ ਤੁਸੀਂ ਗੱਲ ਕਰੋ ਨਾ, ਮੈਕਸਿਮਮ ਬੰਦੇ, ਚਲੋ ਕੁਝ ਬੰਦੇ ਹੁੰਦੇ ਨੇ ਜਿਹੜੇ ਨਿੱਜੀ ਤੌਰ ਤੇ ਜੁੜੇ ਹੁੰਦੇ ਨੇ, ਜਿਹੜੇ ਲੀਡਰ ਦੇ ਨਾਲ ਹੀ ਜਾਂਦੇ ਨੇ, ਬਟ ਜੇ ਪੋਲੀਟੀਕਲ ਲੈਵਲ ਤੇ ਦੇਖੋ ਤਾਂ ਬਹੁਤ ਸਾਰੇ ਲੋਕ ਅੱਜ ਵੀ ਮੇਰੇ ਨਾਲ ਬਹੁਤ ਸਾਰੇ ਆਏ ਨੇ, ਉਹ ਕਹਿੰਦੇ ਜੀ ਅਸੀਂ ਅਕਾਲੀ ਦਲ ਨਾਲ ਤੱਕੜੀ ਨੂੰ ਵੋਟ ਪਾਉਣੇ ਆ। ਅਸੀਂ ਉੱਥੇ ਚਾਹੇ ਕੋਈ ਲੀਡਰ ਹੈ, ਚਾਹੇ ਉਹ ਕੋਈ ਪ੍ਰਧਾਨ ਹੈ, ਚਾਹੇ ਕੋਈ ਲੀਡਰ ਹੈ, ਚਾਹੇ ਕੁਛ ਹੈ, ਉਹ ਹਮੇਸ਼ਾ ਉਹਨਾਂ ਨੇ ਤੱਕੜੀ ਨੂੰ ਹੀ ਵੋਟ ਪਾਉਣੀ ਹੈ। ਤੇ ਮੈਂ ਵੀ ਇਹ ਕਹਿਣਾ ਕਿ ਤੱਕੜੀ ਨੂੰ ਹੀ ਵੋਟ ਪਾਉਣੀ ਹੈ, ਉਹਦੇ ਲਈ ਕੰਮ ਕਰਨਾ ਹੈ, ਹੋਰ ਕਿਸੇ ਲਈ ਕੰਮ ਨਹੀਂ ਕਰਨਾ। ਜੀ ਧੰਨਵਾਦ ਸਰ। ਧੰਨਵਾਦ ਜੀ, ਧੰਨਵਾਦ ਪੁਨੀਤ। ਆਲ ਦ ਬੈਸਟ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਬਾਈ ਦਾ ਅਖਾੜਾ ਦੇ ਵਿੱਚ ਅੱਜ ਇੰਨਾ ਹੀ। ਦੁਬਾਰਾ ਅਸੀਂ ਮਿਲਣਾ ਹੈਗਾ ਤੇ ਲਗਾਤਾਰ ਅਸੀਂ ਸਵਾਲਾਤ ਜਿਹੜੇ ਨੇ ਉਹ ਜਾਰੀ ਰੱਖਦੇ ਨੇ, ਕਿਉਂਕਿ ਸਵਾਲਾਂ ਚੋਂ ਹੀ ਜਵਾਬ ਮਿਲਦੇ ਨੇ। ਕਿਹੜਾ ਸਾਰਥਕ ਹੈ ਤੇ ਕਿਹੜਾ ਨਹੀਂ ਹੈ, ਇਹਦਾ ਫੈਸਲਾ ਤੇ ਤੁਸੀਂ ਕਰਨਾ ਹੈਗਾ, ਪਰ ਆਪਣੇ ਕੈਂਡੀਡੇਟ ਨੂੰ ਜਾਣਨਾ ਤੁਹਾਡਾ ਹੱਕ ਹੈ। ਉਸ ਦੇ ਜਵਾਬਾਂ ਦੇ ਵਿੱਚ ਬਹੁਤ ਕੁਝ ਅਜਿਹਾ ਮਿਲ ਸਕਦਾ ਹੈ ਜਿਹੜਾ ਕਿ ਅੱਜ ਤੱਕ ਤੁਹਾਨੂੰ ਨਾ ਪਤਾ ਹੋਵੇ। ਕੋਸ਼ਿਸ਼ ਵੀ ਇਹੀ ਹੈ ਕਿ ਸਵਾਲਾਤ ਅਜਿਹੇ ਹੋਣ ਜਿਹੜੇ ਕਿ ਸਿੱਧਾ ਤੁਹਾਡੇ ਨਾਲ ਤਾਲੁਕ ਰੱਖਦੇ ਹੋਏ ਹੋਣ। ਵਿਊ ਵਧਾਉਣ ਵਾਲੇ ਇੱਥੇ ਸਵਾਲ ਨਹੀਂ ਕੀਤੇ ਜਾਂਦੇ, ਇੱਥੇ ਸਵਾਲ ਸਿਰਫ ਉਹ ਕੀਤੇ ਜਾਂਦੇ ਆ ਜਿਹੜੇ ਆਮ ਲੋਕਾਂ ਨਾਲ ਤਾਲੁਕ ਰੱਖਦੇ ਹੋਣ, ਉਹ ਵੀ ਡਾਇਰੈਕਟ। ਸੋ ਬਾਈ ਦਾ ਅਖਾੜਾ ਦੇ ਵਿੱਚ ਫਿਰ ਤੋਂ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।